ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਗਿਆ ਸੀ ਤਾਂ ਦੋ ਮੁੱਦੇ ਸਭ ਤੋਂ ਵੱਡੇ ਪੱਧਰ ਤੇ ਵਿਚਾਰੇ ਗਏ ਸੀ। ਇੱਕ ਸੀ ਸਿਹਤ ਤੇ ਦੂਸਰਾ ਸੀ ਐਜੂਕੇਸ਼ਨ ਦੇ ਵਿੱਚ ਦਿੱਲੀ ਦਾ ਹਵਾਲਾ ਦਿੱਤਾ ਗਿਆ ਸੀਗਾ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਸਿੱਖਿਆ ਦੇ ਖੇਤਰ 'ਚ ਵਿਕਾਸ ਕੀਤਾ ਜਾਵੇਗਾ। ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ। ਇਸ ਵਕਤ ਸੂਬਾ ਸਰਕਾਰ ਤੇ ਖਾਸ ਤੌਰ ਤੇ ਸਿੱਖਿਆ ਮੰਤਰੀ ਆਪਣੇ ਕੀਤੇ ਹੋਏ ਕੰਮ ਨੂੰ ਕਿਸ ਤਰ੍ਹਾਂ ਵੇਖਦੇ ਨੇ ਔਰ ਜਲੰਧਰ ਦੀ ਚੋਣ ਦੇ ਬਾਰੇ ਇਹਨਾਂ ਦਾ ਕੀ ਖਿਆਲ ਹੈ, ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮੌਜੂਦ ਨੇ। ਬੈਂਸ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਧੰਨਵਾਦ ਸੋਢੀ ਸਾਹਿਬ। ਬੈਂਸ ਸਾਹਿਬ, ਸਭ ਤੋਂ ਪਹਿਲੀ ਟਿੱਪਣੀ ਤੁਹਾਡੀ, ਮੈਂ ਕਹਿੰਦੇ ਹੁੰਦੇ ਕਿ ਬੰਦੇ ਦੇ ਕੰਨ ਕਦੇ ਝੂਠ ਨਹੀਂ ਬੋਲਦੇ। ਆਪਣੀ 1 ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਤੁਸੀਂ ਮਾਰਕਿੰਗ ਕਰੋਗੇ? ਬਿਲਕੁਲ ਠੀਕ ਹੈ ਜੀ। ਸੋਢੀ ਸਾਹਿਬ, ਜਿਵੇਂ ਤੁਸੀਂ ਸ਼ੁਰੂਆਤ ਕੀਤੀ ਤਾਂ ਸਾਡੀ ਸਰਕਾਰ ਲਈ, ਮੇਰੇ ਮੁੱਖ ਮੰਤਰੀ ਸਾਹਿਬ ਲਈ, ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਸਿੱਖਿਆ ਅਤੇ ਸਿਹਤ ਇਹ ਉਹ ਦੋ ਮਹਿਕਮੇ ਨੇ ਜੋ ਉਹਨਾਂ ਦੇ ਦਿਲ ਦੇ ਸਭ ਤੋਂ ਕਰੀਬੀ ਨੇ। ਮੈਨੂੰ ਸਿੱਖਿਆ ਦੀ ਜ਼ਿੰਮੇਵਾਰੀ ਜੁਲਾਈ ਦੇ ਵਿੱਚ ਮਿਲੀ ਸੀ, ਮੰਤਰੀ ਚਾਹੇ ਮੈਂ ਮਾਰਚ ਵਿੱਚ ਬਣ ਗਿਆ ਸੀ। ਪਰ ਅੱਜ 1 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਮੈਂ ਤੁਹਾਨੂੰ 3 ਚੀਜ਼ਾਂ ਜਿਹੜੀਆਂ, ਦੇਖੋ ਬਹੁਤ ਕੁਝ ਕਰਨ ਵਾਲਾ, ਮੈਂ ਅੱਜ ਕਹੂੰਗਾ ਸਭ ਕੁਝ ਠੀਕ ਕਰਤਾ, 20,000 ਸਕੂਲ ਹੈ ਪੰਜਾਬ 'ਚ ਤਾਂ ਨਹੀਂ, ਜਿਸ ਦਿਨ ਉਹ ਦਿਨ ਆਊਗਾ ਉਹ ਵੀ ਦੱਸੂੰਗਾ। ਤਾਂ ਆਪਣੇ ਕੰਮ ਤੇ ਜੋ, ਪਰ ਇਸ 1 ਸਾਲ ਵਿੱਚ 3 ਉਪਲਬਧੀਆਂ, ਤੇ ਆਪ ਜੀ ਨੂੰ ਵੀ ਮੈਂ ਬੇਨਤੀ ਕਰਦਾ, ਮੈਂ ਹਮੇਸ਼ਾ ਜਿੱਥੇ ਵੀ ਜਾਂਦਾ ਮੀਡੀਆ ਦੇ ਸਾਥੀਆਂ ਨੂੰ ਕਹਿੰਦਾ ਕਿ ਦੇਖੋ ਇਹਨੂੰ ਵੈਰੀਫਾਈ ਕਰਾਓ ਕਿ 3 ਗੱਲਾਂ ਹੋਈਆਂ ਕਿ ਨਹੀਂ ਹੋਈਆਂ। ਪਹਿਲੀ ਗੱਲ ਇਹ ਹੈ ਕਿ ਪੰਜਾਬ 'ਚ ਅੱਜ ਤੱਕ ਕਦੀ ਵੀ ਕਿਤਾਬਾਂ ਟਾਈਮ 'ਤੇ ਨਹੀਂ ਪਹੁੰਚਦੀਆਂ ਸੀ। ਮੈਂ ਜਦੋਂ ਪਿਛਲੇ ਸਾਲ ਮੰਤਰੀ ਬਣਿਆ ਤਾਂ ਮੈਂ ਸਕੂਲਾਂ 'ਚ ਜਦੋਂ ਗਿਆ, ਮੈਂ ਜਾ ਕੇ ਟੀਚਰਸ ਨੂੰ ਪੁੱਛਿਆ। ਹੁਣ ਅਕਸਰ ਹੁੰਦਾ ਕੀ ਸੀ, ਪਹਿਲੀ ਗੱਲ ਤਾਂ ਕੋਈ ਮੰਤਰੀ ਸਕੂਲਾਂ 'ਚ ਕਦੀ ਜਾਂਦਾ ਨਹੀਂ ਸੀ। ਜੇ ਕਦੀ ਕੋਈ ਦਿਨ ਤਿਉਹਾਰ ਹੈ, ਕੋਈ ਫੰਕਸ਼ਨ ਹੈ, 15 ਅਗਸਤ 26 ਜਨਵਰੀ ਜਾਂ ਕੋਈ ਫੰਕਸ਼ਨ ਹੈ, ਐਨੂਅਲ ਫੰਕਸ਼ਨ, ਉੱਥੇ ਚਲੇ ਗਏ, ਇਸ ਤੋਂ ਇਲਾਵਾ ਕਦੀ ਨਹੀਂ ਜਾਂਦੇ ਸੀ। ਤਾਂ ਜਦੋਂ ਮੈਂ ਜਾਣਾ ਸ਼ੁਰੂ ਕੀਤਾ ਤਾਂ ਪਹਿਲਾਂ ਟੀਚਰਸ ਨੂੰ ਲੱਗਿਆ ਜਾਂ ਲੋਕਾਂ ਨੂੰ ਲੱਗਿਆ ਕਿ ਇੱਕ ਕੋਈ ਰੇਡ ਮਾਰਨ ਆ ਗਏ, ਕਿ ਕੋਈ PR ਐਕਸਰਸਾਈਜ਼ ਹੈ, ਵੀ ਹੋ ਗਏ ਕੈਮਰੇ ਆ ਗਏ, ਐ ਹੋਊਗਾ ਬਸ। ਪਰ ਜਦੋਂ ਇੱਕ ਰੂਟੀਨ ਐਕਸਰਸਾਈਜ਼ ਬਣ ਗਈ, ਮੈਂ ਹੁਣ ਤੱਕ 400 ਸਕੂਲਾਂ 'ਚ ਜਾਇਆ ਪੂਰੇ ਪੰਜਾਬ ਦੇ ਵਿੱਚ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ, ਆਪਣੇ ਹਲਕੇ 'ਚ, ਮੋਹਾਲੀ ਦੇ ਵਿੱਚ, ਸਭ ਜਗ੍ਹਾ ਜਿੱਥੇ ਵੀ ਜਦੋਂ ਵੀ ਹੁੰਦਾ ਪੋਸੀਬਲ। ਤਾਂ ਉਹਨੂੰ ਪਤਾ ਲੱਗਿਆ ਕਿ ਬੰਦਾ ਆਉਂਦਾ, ਅਤੇ ਟੀਚਰਸ ਨੂੰ ਪਤਾ ਲੱਗਿਆ ਬੰਦਾ ਸਾਡਾ ਮੰਤਰੀ ਆ ਕੇ ਸਾਨੂੰ ਕਿਸ ਸਕੂਲ ਦੇ ਵਿੱਚ ਕੀ ਕਮੀਆਂ ਨੇ, ਇਸ ਮਹਿਕਮੇ ਦੇ ਵਿੱਚ ਕੀ ਕਮੀਆਂ ਨੇ, ਉਹ ਪੁੱਛਦੇ। ਤਾਂ ਮੈਂ ਜਦੋਂ ਪਿਛਲੇ ਸਾਲ ਪੁੱਛਿਆ ਟੀਚਰਸ ਨੂੰ, ਕਹਿੰਦੇ ਜੀ ਕਿਤਾਬਾਂ ਹੀ ਨਹੀਂ ਆਈਆਂ ਜੀ, ਸਤੰਬਰ ਅਕਤੂਬਰ ਤੱਕ ਕਿਤਾਬਾਂ ਨਹੀਂ ਆਉਂਦੀਆਂ। ਅਤੇ ਅਗਰ ਫਿਰ ਕੀ ਹੁੰਦਾ, ਹਰ ਹਫਤੇ ਕੋਈ ਬੁੱਕ ਆ ਰਹੀ ਹੈ ਅਤੇ ਕਿਸੇ ਟੀਚਰ ਦੀ ਡਿਊਟੀ ਲੱਗੀ ਹੈ ਜਾ ਕੇ ਉਹ ਜ਼ਿਲ੍ਹੇ ਤੋਂ ਜਾ ਕੇ ਲੈ ਕੇ ਆਓ, ਡਬਲ ਲਾਸ। ਇੱਕ ਤਾਂ ਕਿਤਾਬ ਆਪਾਂ ਟਾਈਮ 'ਤੇ ਨਹੀਂ ਦਿੱਤੀ, ਅਤੇ ਹੁਣ ਜਦੋਂ ਆ ਰਹੀ ਹੈ ਉਦੋਂ ਉਹਨੂੰ ਟੀਚਰਸ ਦੀ ਡਿਊਟੀ ਲੱਗ ਰਹੀ ਹੈ। ਤਾਂ ਇਸ ਵਾਰੀ ਅਸੀਂ ਉਸੇ ਵਕਤ ਤਰਜੀਹ ਕਰ ਲਿਆ ਸੀ, ਅਤੇ ਐਜ਼ ਆਫ ਨਾਓ 31 ਮਾਰਚ ਤੋਂ ਪਹਿਲਾਂ 90% ਕਿਤਾਬਾਂ ਜਾ ਚੁੱਕੀਆਂ ਸੀ। ਅਤੇ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਹਜੇ ਵੀ ਅੱਜ ਆਪਾਂ ਜਿਸ ਇਹ ਸੈਸ਼ਨ ਦੀ ਸ਼ੁਰੂਆਤ ਹੀ ਹੈ, 99% ਬੁੱਕਸ, ਕਿਤੇ ਜਿੱਥੇ ਜਿਵੇਂ ਬੱਚੇ ਵੱਧ ਗਏ, 4 ਕਿਤਾਬਾਂ ਥੁੜ ਗਈਆਂ ਜਾਂ ਕੋਈ ਟਾਈਟਲ ਦੇ ਵਿੱਚ ਕੁਝ ਹੋਵੇ, 99% ਬੁੱਕਸ ਹੈਵ ਬੀਨ ਡਿਸਟਰੀਬਿਊਟਡ, ਜਿਨ੍ਹਾਂ ਵਿੱਚੋਂ 90% ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 31 ਮਾਰਚ ਤੱਕ ਸਕੂਲਾਂ ਦੇ ਵਿੱਚ ਪਹੁੰਚ ਚੁੱਕੀਆਂ ਸੀ। ਸਕੂਲਾਂ ਦੇ, ਤੁਸੀਂ ਔਨ ਕੈਮਰਾ ਕਹਿ ਰਹੇ ਹੋ, ਮੈਂ ਤੁਹਾਨੂੰ ਵੈਰੀਫਾਈ ਕਰਨ ਲਈ ਕਿਹਾ ਪਹਿਲਾਂ। ਐਂਡ ਇਹ ਵੀ ਹੈ, ਇਹ ਵੈਰੀਫਾਈ ਤੁਸੀਂ ਇਹ ਨਹੀਂ ਮੈਂ ਕਹਿ ਰਿਹਾ ਕਿ ਸਿਰਫ ਜਲੰਧਰ 'ਚ ਵੈਰੀਫਾਈ ਕਰ ਲਓ ਜਾਂ ਮੋਹਾਲੀ 'ਚ ਕਰ ਲਓ ਜਾਂ ਮੇਰੇ ਹਲਕੇ 'ਚ ਕਰ ਲਓ, ਤੁਹਾਨੂੰ ਮੈਂ ਕਹਿ ਰਿਹਾ ਪਠਾਨਕੋਟ ਤੋਂ ਲੈ ਕੇ ਅਬੋਹਰ ਤੱਕ, ਅਤੇ ਇੱਧਰੋਂ ਤੁਸੀਂ ਆਪਣਾ ਭਿੱਖੀਵਿੰਡ ਤੋਂ ਲੈ ਕੇ ਮੋਹਾਲੀ ਦੇ ਆਖਰੀ ਪਿੰਡ ਤੱਕ ਤੁਸੀਂ ਇਸ ਨੂੰ ਵੈਰੀਫਾਈ ਕਰ ਜਾਓ। ਠੀਕ ਹੈ ਜੀ, ਪਹਿਲੀ ਉਪਲਬਧੀ। ਦੂਜੀ, ਵਰਦੀਆਂ ਦੇ ਪੈਸੇ ਅੱਜ ਤੱਕ ਕਦੀ ਵੀ ਸਤੰਬਰ ਅਕਤੂਬਰ ਤੋਂ ਪਹਿਲਾਂ ਰਿਲੀਜ਼ ਨਹੀਂ ਹੋਏ ਸੀ। ਅੱਜ 15 ਦਿਨ ਹੋ ਚੁੱਕੇ, ਵਰਦੀਆਂ ਦੇ ਪੈਸੇ ਆਲਰੇਡੀ ਅਸੀਂ ਭੇਜ ਚੁੱਕੇ ਹਾਂ। ਜਿੰਨਾ ਪੰਜਾਬ ਦਾ ਹਿੱਸਾ ਬਣਦਾ, ਜਿਵੇਂ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪਹਿਲੀ, ਅਤੇ ਪਿਛਲੇ ਸਾਲ ਤੋਂ ਪਹਿਲਾਂ, ਇਹ ਵੀ ਪਿਛਲੇ ਸਾਲ ਅਸੀਂ ਦਿੱਤੇ, ਉਸ ਤੋਂ ਪਹਿਲਾਂ ਕਦੀ ਪ੍ਰੀ ਪ੍ਰਾਇਮਰੀ ਚੱਲ ਕਦੋਂ ਤੋਂ ਰਹੀ ਹੈ? 2017 ਤੋਂ। ਬੱਚੇ 2017 ਤੋਂ ਭਰਤੀ ਹੋ ਗਏ, ਪਰ ਬੱਚਿਆਂ ਨੂੰ ਕਦੀ ਵਰਦੀਆਂ ਨਹੀਂ ਮਿਲੀਆਂ। ਪਿਛਲਾ ਸਾਲ ਸਾਡੀ ਸਰਕਾਰ ਵੱਲੋਂ ਪਹਿਲਾ ਸਾਲ ਸੀ ਜਦੋਂ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਵਰਦੀਆਂ ਮਿਲੀਆਂ ਜੀ। ਇਸ ਵਾਰੀ ਉਹ ਵੀ ਜਿਹੜੀ ਵਰਦੀਆਂ ਹੁਣ ਐਡਮਿਸ਼ਨ ਚੱਲ ਰਹੀ, ਹੋਰ 15-20 ਦਿਨ ਦੇ ਵਿੱਚ ਮਿਲ ਜਾਣਗੀਆਂ। ਜਦੋਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦੀ ਗੱਲ ਕਰਦੇ ਆ ਤਾਂ ਜਿਹੜੀ ਸਕੀਮ ਹੈ ਉਹਦੇ ਵਿੱਚ ਸਾਰੇ ਬੱਚੇ ਕਵਰ ਹੋ ਜਾਂਦੇ, ਪਹਿਲੀ ਤੋਂ 8ਵੀਂ ਤੱਕ ਜੀ। ਪ੍ਰੀ ਪ੍ਰਾਇਮਰੀ ਵਾਲੇ ਛੁੱਟ ਜਾਂਦੇ ਸੀ, ਅਤੇ ਇੱਕ ਜਨਰਲ ਬॉयਜ਼, ਕਿਉਂਕਿ ਅਲੱਗ-ਅਲੱਗ ਸਕੀਮਾਂ ਨੇ, ਅਲੱਗ-ਅਲੱਗ ਕਲੱਬ ਕਰਕੇ ਬੱਚੀਆਂ ਲਈ ਸਾਰੀਆਂ ਬੱਚੀਆਂ ਕਵਰ ਹੋ ਗਈਆਂ, ਕੁੜੀਆਂ। ਜਿੰਨੇ ਬੱਚੇ ਆਪਣੇ SC ਕਮਿਊਨਿਟੀ ਨਾਲ ਹੈਗੇ ਆ ਉਹ ਕਵਰ ਹੋ ਗਏ, ਜਿੰਨੇ ਬੱਚੇ BPL ਦੇ ਨਾਲ, ਉਹ ਸਿਰਫ ਜਿਹੜੇ ਜਨਰਲ ਬॉयਜ਼ ਨੇ ਉਹ ਛੁੱਟ ਜਾਂਦੇ ਸੀ ਜੀ। ਅਸੀਂ ਅਗਲੇ 15 ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਵਰਦੀਆਂ ਦੇ ਰਹੇ ਹਾਂ, ਅਤੇ ਇਹ ਇੱਕ ਨਵੀਂ ਅਚੀਵਮੈਂਟ ਹੈ। 2 ਉਪਲਬਧੀਆਂ। ਤੀਜੀ ਉਪਲਬਧੀ ਜੀ, ਪਿਛਲੇ ਸਾਲ ਦੇ ਤੁਸੀਂ ਟਵੀਟ ਕੱਢ ਕੇ ਦੇਖੋ ਤਾਂ
ਪਿਛਲੇ ਸਾਲ ਜੋ ਸਾਡੇ ਸਿੱਖਿਆ ਮੰਤਰੀ ਸੀ ਪ੍ਰਗਟ ਸਿੰਘ, ਉਹਨੇ ਤਕਰੀਬਨ ਸਤੰਬਰ ਅਕਤੂਬਰ 'ਚ ਟਵੀਟ ਕੀਤਾ ਕਿ ਪੰਜਾਬ ਦੇ ਸਕੂਲਾਂ ਵਿੱਚ 7% ਦਾਖਲੇ ਘਟ ਗਏ -7%। ਤਾਂ ਮੈਨੂੰ ਯਾਦ ਹੈ ਵੈਸੇ, ਤੇ ਇੱਕ ਹੋਰ ਗੱਲ ਹੈ ਤੁਹਾਨੂੰ ਮੈਂ ਇੱਕ ਬੜੀ ਇਹਦੇ 'ਚ ਫੈਕਟ ਮੈਂ ਜਦੋਂ ਪੀਸੀ ਕੀਤੀ ਉਦੋਂ ਵੀ ਇਹ ਗੱਲ ਕਹੀ ਸੀ ਕਿ 2022 ਤੋਂ ਪਹਿਲਾਂ ਤੁਸੀਂ ਕਿਸੇ ਲੀਡਰ ਦਾ, ਅੱਜ ਹਰਸਿਮਰਤ ਕੌਰ ਬਾਦਲ ਵੀ ਟਵੀਟ ਕਰਦੇ ਨੇ ਸਿੱਖਿਆ ਉੱਤੇ, ਕੋਈ ਛੋਟੀ ਜਿਹੀ ਖਬਰ ਲੱਗੀ ਹੋਵੇ ਕਿਸੇ ਸਕੂਲ ਦੀ ਉੱਤੇ ਵੀ ਟਵੀਟ ਕਰਦੇ ਨੇ, ਸੁਖਬੀਰ ਸਿੰਘ ਬਾਦਲ ਵੀ ਕਰਦੇ ਨੇ, ਰਾਜਾ ਵੜਿੰਗ ਵੀ ਕਰਦੇ ਨੇ। ਤੁਹਾਨੂੰ ਇੰਨਾ ਪਿਆਰ ਕਰਦੇ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ, ਹੁਣ ਉਹਨੂੰ ਲੱਗਦਾ ਸਿੱਖਿਆ ਯਾਨੀ, ਪਰ 2022 ਤੋਂ ਪਹਿਲਾਂ ਕਦੀ ਕਿਸੇ ਦਾ ਕੋਈ ਯਾਨੀ ਟਵੀਟ ਦਿਖਾ ਦਿਓ, ਕਦੀ ਨਹੀਂ, ਕਿਸੇ ਦਾ ਨਹੀਂ ਸੀਗਾ। ਪਰ ਚੰਗੀ ਗੱਲ, ਮੈਨੂੰ ਸੈਲੀਬ੍ਰੇਟ ਕਰਦੇ, ਆਈ ਸੈਲੀਬ੍ਰੇਟ ਇਟ। ਮੈਨੂੰ ਇਹ ਲੱਗਦਾ ਕਿ ਯਾਰ ਕੋਈ ਗੱਲ ਨਹੀਂ, ਐਟਲੀਸਟ ਗੱਲ ਤਾਂ ਹੋ ਰਹੀ ਹੈ। ਅਗਰ ਇਹ ਲੀਡਰ ਵੀ ਜਿਹੜੇ ਹੈ, ਅਗਰ ਇਹ ਠੀਕ ਹੈ ਨਾ, ਸੋ ਐਟਲੀਸਟ ਗੱਲ ਤਾਂ ਹੋ ਰਹੀ ਹੈ ਨਾ। ਕਿਉਂਕਿ ਉਹ ਕਿਹਾ ਜਾਂਦਾ ਨਾ ਬੈਂਸ ਸਾਹਿਬ ਕਿ ਹੈਲਦੀ ਕ੍ਰਿਟਿਸਿਜ਼ਮ ਹੋਣਾ ਚਾਹੀਦਾ, ਸੱਤਾ ਤੇ ਦਲੀ ਆਪਰੇਸ਼ਨ ਬੜੀ ਲਾਜ਼ਮੀ ਹੈ। ਮੈਂ ਤਾਂ ਖੁਸ਼ ਹੁੰਦਾ, ਮੈਂ ਕਿਹਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਮੈਂ ਕਿਹਾ ਸ਼ੁਕਰ ਹੈ ਯਾਰ ਇਹ ਵੱਡੇ ਵੱਡੇ ਲੀਡਰਾਂ ਨੂੰ ਉਹਦਾ ਵੀ ਧਿਆਨ ਵੀ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਜਾ ਰਿਹਾ। ਉਹ ਗੱਲ ਵੱਖਰੀ ਹੈ ਕਿ ਜਦੋਂ ਇਹਨਾਂ ਦੇ ਮੌਕਾ ਸੀ ਉਦੋਂ ਨਹੀਂ ਗਿਆ। ਤਾਂ ਅੱਜ ਜਿਹੜੀ ਮੇਰੀ ਦਾਖਲਾ ਮੁਹਿੰਮ ਹੈ, ਕਿ ਸੈਕੰਡਰੀ ਦੀ ਇਹ ਚੱਲ ਰਹੀ ਹੈ, 11ਵੀਂ ਦਾ 10ਵੀਂ ਦਾ ਰਿਜ਼ਲਟ ਆਉਣਾ, ਉਸ ਤੋਂ ਬਾਅਦ ਚੱਲੂਗੀ। ਪਰ ਪ੍ਰਾਇਮਰੀ ਦੇ ਵਿੱਚ 6% ਬੱਚੇ, ਯਾਨੀ ਆਲਮੋਸਟ 80,000 ਤੋਂ ਵੱਧ ਬੱਚਾ ਸਿਰਫ ਜਿਹੜਾ ਪ੍ਰਾਇਮਰੀ ਦੇ ਵਿੱਚ ਵਧਿਆ ਹੈ। ਜਿਹੜੀ ਪਹਿਲੀ ਜਮਾਤ ਹੈ ਉਹਦੇ ਵਿੱਚ 25,000 ਬੱਚਾ ਵਧਿਆ, 13% ਦਾ ਇਨਕਰੀਜ਼ ਹੈ। ਮਾਨਸਾ ਜ਼ਿਲ੍ਹਾ 20% ਦਾ ਇਨਕਰੀਜ਼ ਹੈ। ਪੰਜਾਬ ਦਾ ਕੋਈ ਵੀ ਇੱਦਾਂ ਦਾ ਜ਼ਿਲ੍ਹਾ ਜੀ ਮਾਈਨਸ ਨਾ ਹੋਵੇ। ਤਰਨਤਾਰਨ ਵਰਗੇ ਜ਼ਿਲ੍ਹੇ ਦੇ ਵਿੱਚ ਵੀ 11% ਦਾ ਇਨਕਰੀਜ਼ ਹੈ। ਤਾਂ ਇਹ ਅੰਕੜੇ ਨੇ, ਇਹ ਝੂਠੇ ਨਹੀਂ ਹੋ ਸਕਦੇ। ਹੋਰ 5-10 ਦਿਨ ਤੱਕ ਤੁਹਾਨੂੰ ਜਾਰੀ ਕਰ ਦਾਂਗੇ, ਤੁਸੀਂ ਵੈਰੀਫਾਈ ਕਰ ਸਕਦੇ। ਇਹ 3 ਪ੍ਰਾਪਤੀਆਂ ਤੁਸੀਂ ਮੰਨਦੇ ਹੋ? ਇੱਕ ਚੀਜ਼ ਜਿਹੜੀ ਹੈ ਕਿ ਸਰਕਾਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਤਵੱਜੋ ਦੇਣੀ ਹੈ, ਤਰਜੀਹ ਦੇਣੀ ਹੈ। ਤੁਸੀਂ ਚੰਗੀਆਂ ਪਹਿਲ ਕਦਮੀਆਂ ਕੀਤੀਆਂ ਵੀ। ਅਨਫੋਰਚੂਨੇਟਲੀ 8ਵੀਂ ਜਮਾਤ 'ਚੋਂ 663 ਨਿਆਣੇ ਇਕੱਲੇ ਪੰਜਾਬੀ ਦੇ ਵਿਸ਼ੇ 'ਚ ਫੇਲ ਹੋ ਜਾਂਦੇ ਆ। ਮੈਂ ਉਹਦੇ ਤੁਹਾਨੂੰ ਕਾਰਨ ਦੱਸਦਾ ਜੀ। ਅਸੀਂ ਜਦੋਂ ਨਾ ਇਹ ਵੀ ਹੁਣ ਕਿਉਂ ਸਾਡੇ ਨਤੀਜੇ 4 ਫਰਵਰੀ ਵੀ ਆਉਣ ਵਾਲੀ ਹੈ ਕੁਝ ਦਿਨਾਂ 'ਚ, 4 ਫਰਵਰੀ ਹੋ ਗਈ ਸਾਡੇ ਨਤੀਜੇ। ਇਹ ਵਾਲਾ ਸਾਲ ਪੜ੍ਹਾਈ ਲਈ ਬਹੁਤ ਔਖਾ ਸਾਲ ਸੀ, ਕਿ ਇਸ ਤੋਂ ਪਹਿਲਾਂ ਜਿਹੜੇ 2 ਸਾਲ ਆ ਕੋਵਿਡ ਸੀਗਾ। ਕੋਵਿਡ ਦੇ ਵਿੱਚ ਕੀ ਹੋਇਆ, 1 ਸਾਲ ਤੱਕ ਸਾਰੇ ਬੱਚਿਆਂ ਨੂੰ ਪਾਸ ਕਰ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਦੂਜੇ ਸਾਲ ਪੇਪਰ ਜਿਹੜੇ ਉਹ ਮੋਬਾਈਲ 'ਤੇ ਹੋਏ ਆ। ਤਾਂ ਜਿਹੜੇ ਬੱਚੇ ਅਤੇ ਅਧਿਆਪਕ ਦਾ ਜਿਹੜਾ ਡਿਫਰੈਂਸ ਹੈ ਉਹ ਬਹੁਤ ਵੱਧ ਚੁੱਕਿਆ ਸੀਗਾ। ਅਤੇ ਇੱਕ ਹੁਣ ਜਿਹੜਾ ਬੱਚਾ ਅੱਜ 10ਵੀਂ 'ਚ ਬੈਠ ਰਿਹਾ, ਉਹ 9ਵੀਂ ਦਾ ਪੇਪਰ ਅਤੇ 8ਵੀਂ ਦਾ ਪੇਪਰ ਦੇ ਕੇ ਪ੍ਰੋਪਰ ਵੇ ਨਾਲ ਨਹੀਂ ਬੈਠਾ। ਤਾਂ ਇਸ ਸਾਲ ਸਾਨੂੰ ਬੱਚਿਆਂ ਦੇ ਅਸੀਂ ਬਹੁਤ ਮਿਹਨਤ ਕੀਤੀ। ਅਸੀਂ ਮਿਸ਼ਨ 100% ਚਲਾਇਆ, ਗਿਵ ਯੋਰ ਬੈਸਟ, ਕਿ ਆਪਣਾ ਬੈਸਟ ਦਿਓ ਜੋ ਵੀ ਤੁਹਾਡੀ ਸ਼ਮਤਾ ਦੇ ਉੱਤੇ। ਅਤੇ ਇੱਕ ਬੱਚੇ ਨੂੰ ਅਸੀਂ ਨਾ ਉਹ ਕਰ ਰਹੇ ਸੀ, ਟਰੈਕ ਕਰ ਰਹੇ ਸੀ, ਇੱਕ ਬੱਚੇ ਦਾ, ਕਿ ਕੋਈ ਵੀ ਬੱਚਾ ਫੇਲ ਨਹੀਂ ਹੋਣਾ ਚਾਹੀਦਾ ਪੰਜਾਬ 'ਚੋਂ। ਅਤੇ ਜਦੋਂ ਅਸੀਂ ਉਹਨੂੰ ਟਰੈਕ ਕੀਤਾ ਤਾਂ ਸਾਨੂੰ ਲੱਗਦਾ ਸੀ ਬੱਚੇ ਯੂਜਲੀ ਜਿਹੜੇ ਕਮਜ਼ੋਰ ਹੋਣਗੇ ਉਹ ਮੈਥ 'ਚ ਹੋਣਗੇ, ਸਾਇੰਸ 'ਚ ਹੋਣਗੇ ਜਾਂ ਅੰਗਰੇਜ਼ੀ 'ਚ ਹੋਣਗੇ। ਤਾਂ ਇੱਕ ਬੜਾ ਸੀਰੀਅਸ ਟ੍ਰੈਂਡ ਇਹ ਆਇਆ ਕਿ ਬੱਚੇ ਪੰਜਾਬੀ 'ਚੋਂ ਵੀ ਵੀਕ ਨੇ। ਤਾਂ ਉਸਦੇ ਬਹੁਤ ਸਾਰੇ ਕਾਰਨ ਨੇ। ਇੱਕ ਤਾਂ ਇਹ ਹੈ ਕਿ ਇਸ ਵਕਤ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੱਡੇ ਨੰਬਰਸ ਦੇ ਵਿੱਚ ਮਾਈਗ੍ਰੇਟਡ ਬੱਚੇ ਵੀ ਪੜ੍ਹ ਰਹੇ ਨੇ। ਪਰ ਇੱਕ ਪੰਜਾਬੀ ਦੇ ਉੱਤੇ ਦੂਜੀ ਗੱਲ ਇਹ ਹੈ, ਅਸੀਂ ਹੁਣ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਲਈ, ਜਿਵੇਂ ਬਾਕੀ ਸਾਰੇ ਸਬਜੈਕਟਸ ਦੇ ਮੈਂਟਰ ਟੀਚਰ ਸੀਗੇ ਉਹਨਾਂ ਦੇ, ਪਰ ਪੰਜਾਬੀ ਦਾ ਉੱਤੇ ਕਦੀ ਕਿਉਂ ਲੱਗਿਆ ਕਿ ਪੰਜਾਬੀ ਹੈ ਜੀ ਚੱਲੀ ਜਾਊਗੀ, ਉਹ ਧਿਆਨ ਨਹੀਂ ਦਿੱਤਾ ਗਿਆ। ਪਰ ਤੁਹਾਨੂੰ ਵਧੀਆ ਫਿਗਰ ਮਿਲੂਗੀ। ਤੁਸੀਂ ਮਹਿਸੂਸ ਕਰਦੇ ਹੋ ਕਿ ਅਸੀਂ ਮਾਡਰਨ ਏਰਾ ਦੇ ਵਿੱਚ ਬੈਠੇ ਹਾਂ? ਖਾਸ ਤੌਰ 'ਤੇ ਤੁਹਾਡੇ ਜਿਹੜੇ ਅਧਿਆਪਕ ਨੇ, ਪ੍ਰਿੰਸੀਪਲ, ਉਹ ਵਿਦੇਸ਼ ਦੀ ਧਰਤੀ 'ਤੇ ਵੀ ਜਾ ਕੇ ਆਏ। ਪਰ ਬੈਂਸ ਸਾਹਿਬ ਕੀ ਕਾਰਨ ਹੈ ਕਿ ਸਾਡਾ ਸਿਲੇਬਸ ਕਿਉਂ ਨਹੀਂ ਅਪਗ੍ਰੇਡ ਹੋ ਪਾਇਆ? ਦੇਖੋ, ਅਸੀਂ ਹਾਲੇ ਵੀ, ਮਾਫ ਕਰਿਓ, ਅਸੀਂ ਹਾਲੇ ਵੀ ਗੋਰਿਆਂ ਦਾ ਬਣਾਏ ਹੋਏ 33 ਨੰਬਰਾਂ 'ਤੇ ਬੈਠੇ ਹੋਏ ਹਾਂ। 33 ਸਾਨੂੰ ਤਾਂ ਦਿੱਤੇ ਗਏ ਸੀ ਕਿ ਅਗਰ ਅਸੀਂ ਅੰਗਰੇਜ਼ੀ ਦੇ ਵਿੱਚ, ਮੈਨੂੰ ਕਹਾਣੀ ਪਤਾ। ਫਿਰ ਵਜ੍ਹਾ ਕੀ ਹੈ? ਉਹਦਾ ਕਾਰਨ ਹੈ ਕਿ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਗਿਆ। ਤੁਸੀਂ ਅੱਜ ਵੀ ਤੁਸੀਂ ਕਦੀ ਕਿਸੇ ਦੇ ਵੱਲੋਂ ਕਦੀ ਇਸ ਪਾਸੇ ਵੇਖਿਆ ਹੀ ਨਹੀਂ ਗਿਆ। ਹੁਣ ਜਦੋਂ ਜਿਵੇਂ ਮੈਂ ਤੁਹਾਨੂੰ ਦੱਸਦਾ, ਜੋ ਚੀਜ਼ਾਂ ਅਸੀਂ ਅੱਜ ਤੋਂ 15 ਸਾਲ ਪਹਿਲਾਂ ਸਿੱਖ ਰਹੇ ਸੀ ਕੰਪਿਊਟਰ ਸਿੱਖਿਆ ਦੇ ਵਿੱਚ, 15 ਸਾਲ ਪਹਿਲਾਂ ਜੀ, ਤੇ 15 ਸਾਲਾਂ 'ਚ ਤੁਸੀਂ ਦੇਖੋ ਕਿੱਥੋਂ ਤੋਂ ਕਿੱਥੇ ਵਕਤ ਬਦਲ ਗਿਆ। ਪਰ ਮੈਂ ਗਲਤ ਨਾ ਹੋਵਾਂ, ਤੁਸੀਂ ਵੀ ਸਰਕਾਰੀ ਪੜ੍ਹੇ ਹੋਵੋਗੇ, ਮੈਂ ਵੀ ਪੜ੍ਹਿਆ। ਉਦੋਂ ਦੀ ਐਜੂਕੇਸ਼ਨ 'ਚ, ਟੀਚਿੰਗ 'ਚ ਤੇ ਅੱਜ ਦੀ ਜ਼ਮੀਨ ਅਸਮਾਨ ਦਾ ਫਰਕ ਹੋਇਆ, ਡਾਊਨ ਹੋ ਗਈ ਉਲਟਾ। ਮੈਂ ਤੁਹਾਨੂੰ ਇਹ ਕਹਿ ਰਿਹਾ ਜੀ, ਪੇਂਟ ਸੀਗਾ ਉਹ ਅੱਜ ਵੀ ਜਿਹੜਾ ਹੈ, ਤੁਸੀਂ ਉਹੀ ਮਾਈਕਰੋਸਾਫਟ ਵਰਡ ਜੋ 15 ਸਾਲ ਪਹਿਲਾਂ ਅਸੀਂ 1 ਇੰਚ ਵੀ ਨਹੀਂ ਵਧੇ। ਤਾਂ ਇਸ ਵਾਰੀ ਅਸੀਂ ਇਹਨੂੰ ਕਿਹਾ ਕਿ ਨਹੀਂ, ਚੇਂਜ ਕਰੋ ਜੀ, ਸਾਰਾ ਕੁਝ ਚੇਂਜ ਕਰੋ। ਇਹ ਜ਼ਮਾਨਾ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਕੋਡਿੰਗ ਦਾ, ਤੁਸੀਂ ਚੇਂਜ ਕਰੋ। ਅਸੀਂ ਤਾਂ ਕਿਸੇ ਪਾਸੇ ਹੱਥ ਲਾਇਆ ਹੀ ਨਹੀਂ, ਧਿਆਨ ਹੀ ਨਹੀਂ ਦਿੱਤਾ। ਮੈਂ ਜਦੋਂ ਹੁਣ ਬੈਠਦਾ ਜੀ, ਮੈਂ ਹਰ ਮੰਗਲਵਾਰ, ਮੈਨੂੰ ਰਾਤ ਦੇ 8:30-9 ਵੱਜ ਜਾਂਦੇ ਆ ਸਿੱਖਿਆ ਭਵਨ 'ਤੇ, ਠੀਕ ਹੈ ਜੀ। ਮੈਂ ਜਦੋਂ ਬੈਠਦਾ ਅਤੇ ਮੈਂ ਪੁੱਛਦਾ, ਉਹ ਕਹਿੰਦੇ ਜੀ ਹੁਣ ਸਾਰੇ ਜਦੋਂ ਬੈਠੇ ਹੁੰਦੇ ਆ ਆਫਿਸਰਸ ਵਗੈਰਾ, ਉਹ ਕਹਿੰਦੇ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਮੰਤਰੀ ਆਏ ਨੇ, ਸਿਰਫ 2 ਚੀਜ਼ਾਂ ਵੱਲ ਧਿਆਨ ਸੀ, ਜਾਂ ਬਦਲੀਆਂ ਵੱਲ ਜਾਂ
ਟੈਂਡਰਾਂ ਵੱਲ, ਠੀਕ ਹੈ ਜੀ। ਨਾ ਕਿਤਾਬਾਂ, ਨਾ ਸਿਲੇਬਸ, ਨਾ ਪੜ੍ਹਾਈ, ਨਾ ਸਕੂਲ। ਤੇ ਮੇਰਾ ਧਿਆਨ ਬਾਕੀ ਸਭ ਚੀਜ਼ਾਂ ਵੱਲ, ਇਹ 2 ਚੀਜ਼ਾਂ ਵੱਲ ਮੈਂ ਧਿਆਨ, ਨਾ ਬਦਲੀਆਂ ਵੱਲ ਧਿਆਨ ਹੈ, ਨਾ ਟੈਂਡਰ ਵੱਲ। ਸਿਰਫ ਫੋਕਸ ਇਹ ਹੈ, ਦੇਖੋ ਇਹਨੂੰ ਟਾਈਮ ਲੱਗਣਾ। ਯੂ ਕੈਨ ਨਾਟ ਚੇਂਜ ਐਜੂਕੇਸ਼ਨ ਜੀ ਇਨ 1 ਮਿੰਟ। ਇਨ ਤੁਸੀਂ ਕਹੋਗੇ 1 ਸਾਲ 'ਚ ਮੈਂ ਸਿੱਖਿਆ ਬਦਲ ਦੂੰਗਾ, ਨਹੀਂ। ਪਰ ਇਹ ਇਹ ਲੰਬਾ ਪ੍ਰੋਸੈਸ ਹੈ। ਅਸੀਂ ਅੱਜ ਇੱਕ ਬੱਚੇ ਨੂੰ ਪੁੱਛਿਆ ਜਾਂਦਾ ਵੀ ਤੂੰ ਕਿਹੜੇ ਸਕੂਲ 'ਚ ਪੜ੍ਹਦਾ, ਉਹ ਕਹਿੰਦਾ ਜੀ, ਉਹਨੂੰ ਪੁੱਛਦੇ ਅੱਛਾ ਮਤਲਬ ਪ੍ਰਾਈਵੇਟ ਜਾਂ ਸਰਕਾਰੀ। ਫਿਰ ਉਸ ਤੋਂ ਬਾਅਦ ਅਗਲਾ ਸਵਾਲ ਹੁੰਦਾ ਬੋਰਡ ਕਿਹੜਾ ਹੈ, ਯਾਨੀ ਬੋਰਡ ਦੀ ਵੈਲਿਊ ਬਹੁਤ ਵੱਧ ਚੁੱਕੀ ਹੈ। ਜੇ ਤਾਂ CBSE ਬੋਰਡ, ICSE ਮਤਲਬ ਸਕੂਲ ਆਪਣੇ ਵੀ ਵਧੀਆ ਹੈ, ਜੇ ਪੰਜਾਬ ਬੋਰਡ ਆ ਮਤਲਬ ਕਿ ਠੀਕ ਹੈ। ਪਰ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਐਜੂਕੇਸ਼ਨ ਮਹਿਕਮੇ ਦੀ ਜਾਨ ਹੈ, ਅਸੀਂ ਉਸ ਨੂੰ ਰੀਵੈਂਪ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਆ, ਔਰ ਬੱਚੇ ਦਾ ਸਰਕਾਰੀ ਸਕੂਲ 'ਚ ਹੀ ਸੁਪਨਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ। ਅਸੀਂ ਕੈਨੇਡਾ ਦੇ ਨਾਲ ਟਾਈ ਅਪ ਕਰ ਰਹੇ ਹਾਂ, ਅਸੀਂ ਅਮਰੀਕਾ ਦੇ ਨਾਲ ਟਾਈਪ ਕਰ ਰਹੇ ਹਾਂ, ਤਾਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਰੀਵੈਂਪ ਹੋਵੇ ਸਾਡੇ, ਬਲਕਿ CBSE ਸਾਨੂੰ ਫੋਲੋ ਕਰੇ, ਸਾਡਾ ਸਿਲੇਬਸ ਐਡਵਾਂਸ ਹੋਵੇ। ਲੋਕ ਇੱਥੋਂ ਤੱਕ ਵੀ ਗੱਲ ਕਹਿ ਦਿੰਦੇ ਆ, ਹੋ ਸਕਦਾ ਇਸ ਇੰਟਰਵਿਊ ਦੇ ਹੇਠਾਂ ਵੀ ਆਪਣੇ ਦੋਵਾਂ ਨੂੰ ਲੋਕ ਕਹਿੰਦੇ ਹੁਣ ਵੀ ਤੁਹਾਡੇ ਨਿਆਣੇ ਆਪਦੇ ਸਰਕਾਰੀ ਸਕੂਲ 'ਚ ਪੜ੍ਹਦੇ ਆ ਜਾਂ ਪੜ੍ਹਨਗੇ। ਲੀਡਰਾਂ ਬਾਰੇ ਵੀ ਲੋਕ ਕਹਿੰਦੇ ਉਦੋਂ ਸਿੱਖਿਆ ਦਾ ਪੱਧਰ ਉੱਚਾ ਹੋਊਗਾ ਜਿਹਨੇ ਲੀਡਰਾਂ ਦੇ ਨਿਆਣੇ ਪੜ੍ਹਨਗੇ। ਮੈਂ ਖੈਰ ਅੱਗੇ ਤਾਂ ਮੈਂ ਦੇਖੋ, ਇਹ ਮੇਰੀ ਪਹਿਲੀ ਇੰਟਰਵਿਊ ਵਿਆਹ ਤੋਂ ਬਾਅਦ, ਹਾਂਜੀ ਹੈ ਨਾ, ਤਾਂ ਪਹਿਲਾਂ ਤਾਂ ਜਦੋਂ ਕਹਿੰਦੇ ਸੀ ਤਾਂ ਇੱਕ ਸੇਫਗਾਰਡ ਹੁੰਦਾ ਸੀਗਾ, ਤੇ ਮੈਂ ਉਦੋਂ ਵੀ ਕਿਹਾ ਦੇਖੋ ਜੀ ਵਾਕਈ ਗੱਲ ਹੈ। ਮੈਂ ਹੁਣ ਵੀ ਕਹਿੰਦਾ, ਮੈਂ ਇਹ ਅੱਜ ਨਹੀਂ, ਮੈਨੂੰ ਯਾਦ ਹੈ ਜਦੋਂ ਮੈਂ MLA ਵੀ ਨਹੀਂ ਸੀ, ਮੰਤਰੀ ਨਹੀਂ ਸੀ, ਤਾਂ ਕਿਸੇ ਬੰਦੇ ਨੇ ਇੱਕ ਦਿਨ ਫੇਸਬੁੱਕ 'ਤੇ ਲਿਖਿਆ ਹੋਇਆ ਸੀ ਕਿ ਪੰਜਾਬ ਦੇ ਉਹਨਾਂ MLA ਦੇ ਨਾਮ ਦੱਸੋ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਮੈਂ ਕਿਹਾ ਸਵਾਲ ਗਲਤ ਹੈ, ਇਹ ਸਵਾਲ ਗਲਤ ਹੈ। ਤੁਸੀਂ ਪੰਜਾਬ ਦੇ ਉਹ ਸਰਕਾਰੀ ਸਕੂਲ ਦੱਸੋ ਜੋ ਪ੍ਰਾਈਵੇਟ ਦੇ ਨਾਲੋਂ ਵਧੀਆ ਨੇ। ਠੀਕ ਹੈ ਤੁਹਾਡੀ ਗੱਲ। ਦੇਖੋ ਮੈਂ ਕਿਹਾ ਜਦੋਂ ਤੁਸੀਂ ਪ੍ਰਾਈਵੇਟ ਨਾਲੋਂ ਵਧੀਆ ਕਰਤੇ, ਸਭ ਤੋਂ ਮੁਫਤਖੋਰ ਤਾਂ ਇਹ ਹੈ ਜੀ, ਆਪਣੇ ਬੱਚੇ ਭੇਜਣਗੇ, ਟੋਲ ਫ੍ਰੀ ਚਾਹੀਦੇ ਨੇ, ਸਾਰਾ ਕੁਝ ਫ੍ਰੀ ਚਾਹੀਦਾ। ਸਾਡਾ ਸਵਾਲ ਗਲਤ। ਅੱਜ ਵੀ ਮੇਰਾ ਨਜ਼ਰੀਆ, ਮੈਂ ਤੁਹਾਨੂੰ ਬਾਈ ਨਵੰਬਰ ਇੱਦਾਂ ਦੇ ਸਕੂਲ ਦਊਂਗਾ ਜਿੱਥੇ ਤੁਹਾਨੂੰ ਖੁਸ਼ੀ ਹੋਊਗੀ। ਅੱਜ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਸੋਢੀ ਸਾਹਿਬ ਆਪਣਾ ਬੱਚਾ ਸਰਕਾਰੀ ਸਕੂਲ ਭੇਜ ਦਿਓ, ਤੁਸੀਂ ਭੇਜੋ, ਦੇਖੋ ਯਾਰ ਕੱਲ ਨਾ ਤਾਂ ਯਾਰ ਹਰਜੋਤ ਉੱਥੇ ਬਾਥਰੂਮ ਸੀ, ਨਹੀਂ ਠੀਕ ਹੈ ਤੁਹਾਡੀ, ਨਾ ਉੱਥੇ ਯਾਰ ਤੂੰ ਯਾਰ ਇੱਕ ਜਦੋਂ ਤੱਕ ਅਸੀਂ ਇਨਫਰਾਸਟ੍ਰਕਚਰ ਨਹੀਂ ਦੇ ਸਕਦੇ, ਉਹ ਬੱਚਾ ਆ ਕੇ ਤੁਹਾਨੂੰ ਵੀ ਬੋਲੂਗਾ ਆਪਣੇ ਮਾਤਾ ਪਿਤਾ ਨੂੰ ਕਿ ਮੈਨੂੰ ਕਿੱਥੇ ਪਾਤਾ ਤੁਸੀਂ। ਇੱਕ ਇੰਪੋਰਟੈਂਟ ਸਵਾਲ ਜਿਹੜਾ ਮੰਤਰੀ ਸਾਹਿਬ, ਮੇਰਾ ਖਿਆਲ ਹੈ ਕਿ ਸਭ ਤੋਂ ਵੱਧ ਸੈਲੀਬ੍ਰੇਟ ਤੇ ਉਡੀਕ ਇਸੇ ਸਵਾਲ ਦੀ ਹੋ ਰਹੀ ਹੈ, ਤੁਸੀਂ ਵੀ ਸਮਝ ਗਏ ਹੋਵੋਗੇ। ਤੁਸੀਂ ਜਿਨ੍ਹਾਂ ਨੂੰ ਹਾਇਰ ਕਰ ਲਿਆ ਟੀਚਰਸ ਨੂੰ, ਉਹਨਾਂ ਨੂੰ ਆਫਰ ਲੈਟਰ ਦੇ ਦਿੱਤੇ ਗਏ, ਪਰ ਅਪਾਇੰਟਮੈਂਟ ਲੈਟਰ ਦੀ ਬੜੀ ਦੇਖੋ ਸੋਢੀ ਸਾਹਿਬ ਹੁੰਦਾ ਕੀ ਹੈ, ਮੈਂ ਉਹ ਸਾਰੇ ਅਸੀਂ ਵੀ ਸੰਘਰਸ਼ਾਂ 'ਚੋਂ ਨਿਕਲੇ ਹੋਏ ਨੇ। ਉਹਨਾਂ ਨੂੰ ਕਦੀ ਕਦੀ ਇਹ ਲੱਗਦਾ ਯਾਰ ਅੱਛਾ ਹੁਣ ਇਹ ਮੰਤਰੀ ਬਣ ਗਿਆ, ਸ਼ਾਇਦ ਇਹ ਬਦਲ ਗਏ ਹੋਣਗੇ, ਬਹੁਤ ਕੁਝ ਲਿਖਦੇ ਨੇ। ਕਈ ਵਾਰੀ ਬਹੁਤ ਦਿਲ ਨੂੰ ਬਹੁਤ ਠੇਸ ਵੀ ਪਹੁੰਚਦੀ ਹੈ ਕਿ ਯਾਰ ਅਸੀਂ ਜਿਨ੍ਹਾਂ ਲਈ ਇੰਨੀ ਮਿਹਨਤ ਕਰਦੇ ਹਾਂ ਉਹੀ ਤੁਹਾਡੇ ਖਿਲਾਫ ਯਾਨੀ ਪਤਾ ਨਹੀਂ। ਅਤੇ ਕਈ ਤਾਂ ਇਸ ਹੱਦ ਤੱਕ ਯਾਨੀ ਮਰਿਆਦਾ ਦੀ ਸਾਰੀ, ਫਿਰ ਮੈਨੂੰ ਇਹ ਵੀ ਸੋਚਣ ਦੇ ਯਾਰ ਇਹ ਬੰਦੇ ਜਾ ਕੇ ਸਕੂਲਾਂ 'ਚ ਵੀ ਪੜ੍ਹਾਉਣਗੇ। ਹੁਣ ਦੱਸੋ ਅਸੀਂ ਜੁਆਇਨਿੰਗ ਲੈਟਰ ਦੇ ਦਿੱਤੇ, ਇਹਨਾਂ ਦੇ ਵਿੱਚ ਹੀ ਕੁਝ ਸਾਥੀ ਜਾ ਕੇ ਕੋਰਟਾਂ 'ਚ ਕੇਸ ਕਰਦੇ ਨੇ, ਕੋਰਟਾਂ ਸਟੇ ਕਰ ਦਿੰਦੀਆਂ ਨੇ। ਪਿਛਲੀਆਂ ਸਰਕਾਰਾਂ ਦੇ ਕੇਸ 2011 ਦੇ ਕੇਸ ਅੱਜ ਤੱਕ ਭੁਗਤ ਰਹੇ ਅਸੀਂ, 2006 ਦੇ, 2007 ਦੇ। ਵੀ ਹੈਂਡਲਡ ਦੈਟ ਕੇਸ, ਉਸ ਭਰਤੀ ਨੂੰ ਬਚਾਇਆ, ਠੀਕ ਹੈ ਜੀ। ਉਸ ਦਾ ਫੈਸਲਾ 28 ਤਰੀਕ ਨੂੰ ਆਇਆ ਸ਼ਾਮੀ, ਅਤੇ ਆਰਡਰ ਜਿਹੜਾ ਉਹ ਕੱਲ੍ਹ ਆਇਆ। ਅਸੀਂ ਯਾਨੀ ਤੁਸੀਂ ਦੇਖੋ ਫਿਰ ਵੀ ਸਰਕਾਰ ਮਾਰੀ, ਫਿਰ ਵੀ ਭਗਵੰਤ ਮਾਨ ਮੁਰਦਾਬਾਦ, ਫਿਰ ਵੀ ਹਰਜੋਤ ਬੈਂਸ ਮੁਰਦਾਬਾਦ। ਇਹ ਹੈ ਦੇਖੋ ਅਸੀਂ ਪਰ ਜਿੰਨੀ ਜਲਦੀ ਹੋ ਸਕੇ ਇਸੀ ਹਫਤੇ, ਹੁਣ ਨਾਓ ਇਟ ਇਜ਼ ਕਲੀਅਰ, ਲੀਗਲੀ ਕਲੀਅਰ ਹੈ, ਕਿਉਂਕਿ ਸਾਡੇ ਕਦੀ ਤਾਂ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ ਸਟੇ ਲਾ ਦਿੰਦਾ, ਕਦੀ ਹਾਈ ਕੋਰਟ ਸਟੇ ਲਾ ਦਿੰਦੀ ਹੈ। ਐਂਡ ਸਾਡੀ ਮਜਬੂਰੀ ਹੈ ਕਿ ਉਸ ਦੋਨੋਂ ਸੰਸਥਾਵਾਂ ਸਾਡੇ ਤੋਂ ਉੱਤੇ ਹੈ, ਠੀਕ ਹੈ ਨਾ। ਇਸ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਸਾਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਹਰ ਨਹੀਂ ਜਾ ਸਕਦੇ। ਪਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ ਉਸਨੂੰ, ਮੈਂ ਖੁਦ ਵਕੀਲ ਹਾਂ ਤਾਂ ਮੈਂ ਖੁਦ ਉਸ ਨੂੰ ਪਰਸਿਊ ਕਰਦਾ, ਕਿਉਂਕਿ ਸਾਨੂੰ ਤਾਂ ਟੀਚਰਸ ਚਾਹੀਦੇ। ਮੇਰੇ ਤਾਂ ਸਕੂਲ ਖਾਲੀ, ਮੇਰੇ ਆਪਣੇ ਹਲਕੇ 'ਚ ਖਾਲੀ ਪਏ ਨੇ ਜੀ, ਮੈਂ ਆਪਣੇ ਕੋਈ ਰਿਸ਼ਤੇਦਾਰ ਤਾਂ ਭਰਤੀ ਕਰਨਾ ਹੀ ਨਹੀਂ। ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਬੈਂਸ ਸਾਹਿਬ, ਕਹਿੰਦੇ ਜਿਸ ਮੁਲਕ ਦੇ ਜਾਂ ਜਿਸ ਸੂਬੇ ਦੇ ਟੀਚਰ ਹੀ ਹਾਲੇ ਤੱਕ ਸੰਤੁਸ਼ਟ ਨਹੀਂ, ਉਹਨਾਂ ਦਾ ਭਵਿੱਖ ਨਹੀਂ ਬਣਿਆ, ਨਿਆਣਿਆਂ ਦਾ ਭਵਿੱਖ ਹੀ ਬਣੂਗਾ। ਮੈਂ ਨਹੀਂ, ਹੁਣ ਬਹੁਤ ਵਧੀਆ ਮਹਿਕਮਾ ਹੈ ਜੀ। ਦੇਖੋ ਸੋਢੀ ਸਾਹਿਬ, ਧਰਨੇ ਤੁਰਨ ਵਾਲੀ ਗੱਲ ਤੋਂ ਕਹਿੰਦੇ ਪਹਿਲਾਂ ਪ੍ਰਗਟ ਸਿੰਘ ਦੀ ਕੋਠੀ ਘੇਰੀ ਰੱਖਦੇ ਸੀ, ਹੁਣ ਵੀ ਐਜੀਟੇਸ਼ਨ ਬਹੁਤ ਚੱਲਦੇ ਆ। ਮੇਰੇ ਕੋਈ ਐਜੀਟੇਸ਼ਨ ਨਹੀਂ, ਮੈਂ ਬਹੁਤ ਸੁਖੀ ਹਾਂ ਜੀ ਆਪਣੇ ਸਾਰੇ ਟੀਚਰਸ। ਹਾਂ, ਮੈਂ ਐਵੇਂ ਕਹਾਂ, ਮੈਂ ਹੁਣ ਤੱਕ ਦਾ ਸਭ ਤੋਂ ਖੁਸ਼ੀ ਦੇਖੋ ਮੇਰੇ ਚਿਹਰੇ ਤੇ। ਸਾਨੂੰ ਬਾਹਰਲੇ ਮੁਲਕਾਂ ਵਾਲੇ ਬਹੁਤ ਮਖੌਲ ਕਰਦੇ ਜਦੋਂ ਬਾਹਰ ਜਾਈਦਾ, ਕਹਿੰਦੇ ਤੁਹਾਡੇ ਤਾਂ ਟੀਚਰ ਧਰਨੇ ਤੇ ਬੈਠੇ ਰਹਿੰਦੇ ਆ। ਦੇਖੋ ਇੱਕ ਛਵੀ ਦੀ ਗੱਲ ਹੈ ਜੀ, ਜੋ ਦਿਖਾਉਂਗੇ, ਜੋ ਦਿਖਾਇਆ ਗਿਆ ਉਹੀ ਪਤਾ ਲੱਗਦਾ। ਯਾਨੀ
ਜਦੋਂ ਮੈਂ ਸਿੱਖਿਆ ਮਹਿਕਮਾ ਮੈਨੂੰ ਮਿਲਿਆ, ਮੈਨੂੰ ਕਿਸੇ ਨੇ ਮੁਬਾਰਕਬਾਦ ਨਹੀਂ ਦਿੱਤੀ। ਅੱਛਾ। ਮੈਨੂੰ ਸਭ ਨੇ ਕਿਹਾ ਕਿ ਅੱਛਾ ਜੀ ਆਹ ਕੀ ਹੋਇਆ, ਬਹੁਤ ਮਾੜਾ ਹੋਇਆ। ਅਫਸੋਸ। ਤੁਸੀਂ ਇਸ ਧਾਰਨਾ ਨੂੰ ਕਿੰਨਾ ਕੁ ਮੰਨਦੇ ਹੋ? ਕਹਿੰਦੇ ਬੰਦਾ ਐਜੂਕੇਸ਼ਨ ਮਿਨਿਸਟਰ ਬਣ ਜੇ ਬਾਅਦ ਚ ਜਿੱਤਦਾ ਨਹੀਂ, ਹਾਲਾਂਕਿ ਪ੍ਰਗਟ ਸਿੰਘ ਜਿੱਤ ਗਿਆ। ਮੈਂ ਤੁਹਾਨੂੰ ਫਿਰ ਦੱਸ ਦਿੰਦਾ ਜੀ, ਵੈਸੇ ਦੱਸ ਦਿੰਦਾ। ਪਹਿਲੀ ਗੱਲ ਤਾਂ ਇਹ ਹੈ, ਤਾਂ ਜਦੋਂ ਮੈਨੂੰ ਮਿਲਿਆ ਉਸ ਦਿਨ, ਤਾਂ ਮੈਨੂੰ ਜਦੋਂ ਪਤਾ ਲੱਗਿਆ ਮੈਂ ਮੰਤਰੀ ਬਣ ਰਿਹਾ, ਤਾਂ ਮੈਨੂੰ ਇਹ ਲੱਗਦਾ ਸੀ ਯਾਰ ਮੈਨੂੰ ਸਿੱਖਿਆ ਮਹਿਕਮਾ ਮਿਲੇ। ਅੱਛਾ। ਹਾਂ, ਮੇਰੀ ਦਿਲ ਦੀ ਪਰ ਇੱਛਾ। ਸਿਆਸਤ 'ਚ ਤਾਂ ਮੰਨਿਆ ਜਾਂਦਾ, ਕਹਿੰਦੇ ਮਰਿਆ ਸਾਹਿਬ ਜੀ ਦੇ ਗਲ ਪੈ ਕੇ ਲੈਂਦਾ ਨਹੀਂ। ਮੇਰੇ ਦਿਲ ਦੀ ਇੱਛਾ ਹੈ ਜੀ, ਤਾਂ ਹੀ ਕਿਉਂਕਿ ਮੇਰੇ ਲਈ ਪੈਸ਼ਨ ਹੈ। ਤੇ ਹੁਣ ਵੀ ਜੋ ਵੀ ਹੋਊਗਾ ਮੈਂ ਆਪਣੀ ਜ਼ਿੰਦਗੀ ਇਸੇ ਮਹਿਕਮੇ ਨੂੰ ਹੀ ਦੇਣਾ ਚਾਹੁੰਦਾ। ਜੋ ਵੀ ਮੈਂ ਜੋ ਵੀ ਕੱਲ੍ਹ ਹੋਈਏ ਨਾ ਰਹੀਏ, ਪਰ ਜਿੰਨੇ ਵੀ ਹੈ ਐਜ਼ ਇਕਲੇ, ਪਰ ਇਸੇ ਨੂੰ ਦੇਣਾ, ਕਿਉਂਕਿ ਉਸ ਨੂੰ ਮੈਂ ਸਮਝ ਚੁੱਕਿਆ ਜੀ। ਤੇ ਜਦੋਂ ਮੈਂ ਮਿਲਿਆ, ਮੈਨੂੰ ਕਿਸੇ ਨੇ ਵੀ ਮੈਨੂੰ ਖੁਸ਼ੀ ਨਹੀਂ ਬਿਤਾਈ। ਮੇਰੇ ਨਾਲ ਮੇਰੇ ਸਾਥੀ ਕਲੀਗਸ ਨੇ ਵੀ ਮਜ਼ਾਕ ਕੀਤਾ, MLA ਨੇ ਵੀ ਮਜ਼ਾਕ ਕੀਤਾ, ਅਫਸਰਾਂ ਨੇ ਵੀ ਮਜ਼ਾਕ ਕੀਤਾ। DC SSP ਕਹਿੰਦੇ ਜੀ ਸਾਡੀ ਤਾਂ ਜੀ ਹੁਣ ਤੁਸੀਂ ਸਾਡਾ ਜ਼ਿਲ੍ਹਾ ਖਰਾਬ ਕਰ ਦੋਗੇ। ਅੱਛਾ। ਪਰ ਮੈਨੂੰ ਇਹ ਲੱਗਿਆ ਕਿ ਯਾਰ ਜਦੋਂ ਮੈਂ ਜਾ ਕੇ ਦੇਖਿਆ, ਟੀਚਰਸ 90% ਟੀਚਰ ਸੋਢੀ ਸਾਹਿਬ ਬਹੁਤ ਸ਼ਾਨਦਾਰ ਨੇ। ਉਹਨਾਂ ਨੂੰ ਸਲੂਟ ਹੈ ਮੇਰਾ। ਉਹਨਾਂ ਦੇ ਕਦੀ ਕਿਸੇ ਨੇ ਦੇਖੋ, ਸਰਕਾਰਾਂ ਨੇ ਫੰਡ ਨਹੀਂ ਭੇਜੇ, ਸਰਕਾਰਾਂ ਕਿਤਾਬਾਂ ਨਹੀਂ ਭੇਜਦੀਆਂ ਸੀ, ਸਰਕਾਰਾਂ ਵਰਦੀਆਂ ਨਹੀਂ ਭੇਜਦੀਆਂ ਸੀ, ਸਰਕਾਰਾਂ ਕਮਰੇ ਨਹੀਂ ਦਿੰਦੀਆਂ ਸੀ। ਆਪਣੇ ਪੱਲੇ ਤੋਂ ਪੈਸੇ ਲਾ ਕੇ ਉਹਨੇ ਸਕੂਲ ਚਲਾਏ ਆ, ਬਚਾਏ ਆ 6-6 ਹਜ਼ਾਰ ਤੇ 8-8 ਹਜ਼ਾਰ ਤੇ। ਯਾਰ ਉਹਨਾਂ ਦੀ ਕੁਰਬਾਨੀ ਕਿਉਂ ਨਹੀਂ ਕੋਈ ਦੇਖਦਾ? ਸਿਰਫ ਹਾਂ ਯੂਨੀਅਨਾਂ ਵੀ ਹੋਣਗੀਆਂ, 2-4 ਇੱਦਾਂ ਦੇ ਯੂਨੀਅਨ ਹੈਗੇ ਪੱਕੇ, ਉਹਨਾਂ ਦੇ ਜਰਨਲਿਸਟਾਂ ਨਾਲ ਗੱਲ, ਪੱਕਾ ਹੀ ਬਿਆਨ, ਹਰ ਚੀਜ਼ ਮਾੜੀ ਹਜੇ ਵੀ ਹੈ। ਉਹ 2-4 ਹੀ ਨੇ ਪੱਕੇ। ਤੋਂ ਮੈਨੂੰ ਯਾਦ ਆ ਗਿਆ, ਹੁਣ ਪੱਕੇ ਕਦੋਂ ਕਰ ਰਹੇ ਹੋ? ਇੱਕ ਸੈਕਿੰਡ, ਉਹ 2-4 ਜਿਹੜੇ ਹੈਗੇ ਆ ਯੂਨੀਅਨ, ਉਹਨਾਂ ਨੂੰ ਇਹ ਹੈ ਕਿ ਸਾਡੇ ਤੋਰੀ ਫੁਲਕਾ ਚੱਲਦਾ ਰਵੇ। ਪਰ 90% ਟੀਚਰਸ ਦੀ ਕੁਰਬਾਨੀ ਮੈਂ ਤੁਹਾਨੂੰ ਦੱਸ ਸਕਦਾ, ਬਾਈ ਨੇਮ ਦੱਸ ਸਕਦਾ। ਤੁਸੀਂ ਮੇਰੇ ਨਾਲ ਸਕੂਲਾਂ ਚੱਲੋ, ਆਪਾਂ ਚੱਲਾਂਗੇ, ਤੁਸੀਂ ਕਹੋਗੇ ਯਾਰ ਵਾਕਈ। ਠੀਕ ਹੈ ਜੀ। ਮੈਂ ਤਾਂ ਦੇਖਿਆ ਹੁਣ ਉਹ ਸਾਰੇ ਜਿਹੜੇ ਆ, ਹੁਣ ਲੱਗਦਾ ਯਾਰ ਠੀਕ ਹੈ ਯਾਰ, ਇਹ ਵੀ ਹਾਂ ਇਹ ਇੱਕ ਚੰਗੇ ਸਰਕਾਰ ਆਈ ਹੈ, ਇੱਕ ਠੀਕ ਹੈ ਇੱਕ ਮੰਤਰੀ ਉਹ ਹੈ ਜੋ ਸਮਝਣ ਵਾਲਾ ਹੈ, ਤੇ ਉਹ ਸਮਝ ਅਸੀਂ ਦੇ ਰਹੇ ਹਾਂ। ਇੰਨੀਆਂ ਗ੍ਰਾਂਟ, ਤੁਹਾਨੂੰ ਲੱਗਦਾ ਅਧਿਆਪਕਾਂ ਦੀ ਵੀ ਮੈਂਟਲ ਹੈਲਥ ਤੇ ਕੰਮ ਹੋਣਾ ਚਾਹੀਦਾ? ਬਹੁਤ ਹੋਣਾ ਚਾਹੀਦਾ। ਤੇ ਟੀਚਰ ਸਨਮਾਨ ਭਾਲਦਾ ਜੀ। ਅੱਜ ਉਸ ਟੀਚਰ ਦੀ ਧਾਰਨਾ ਇਹ ਬਣਾ ਦਿੱਤੀ ਗਈ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ ਮੈਡਮਾਂ ਸਵੈਟਰ ਨਹੀਂ, ਸਰਕਾਰੀ ਸਕੂਲਾਂ ਜੋ ਪੜ੍ਹਾਈ ਹੁੰਦੀ ਹੈ ਉਹ ਪ੍ਰਾਈਵੇਟ 'ਚ ਨਹੀਂ ਹੁੰਦੀ। ਪ੍ਰਾਈਵੇਟ ਵਾਲੇ ਸਿਰਫ ਪੈਸੇ ਲੁੱਟਣ ਵਾਲੀ ਸੰਸਥਾਵਾਂ ਬਣ ਚੁੱਕੇ ਨੇ, ਸਰਕਾਰੀ ਸਕੂਲਾਂ ਅਸਲੀ ਵਿੱਦਿਆ ਦੇ ਕੇਂਦਰ ਬਣ ਚੁੱਕੇ। ਪਰ ਇਹ ਗੱਲ ਕਹੀ ਜਾਂਦੀ ਹੈ, ਕਹਿੰਦੇ ਕਿ ਕਲੈਰੀਕਲ ਸਟਾਫ ਦੀ ਸ਼ਾਰਟੇਜ ਕਰਕੇ ਟੀਚਰਾਂ ਤੇ ਤਾਂ ਕੰਮ ਦਾ ਹੀ ਪ੍ਰੈਸ਼ਰ ਬਹੁਤ ਹੈ, ਡਿਊਟੀਆਂ ਬੜੀਆਂ ਲੱਗਦੀਆਂ। ਮੈਂ ਕਹਿ ਰਿਹਾ ਸਾਰਾ ਕੁਝ ਹੋਣ ਦੇ ਬਾਵਜੂਦ ਦੇ ਆਰ ਗਿਵਿੰਗ ਦੇਅਰ ਬੈਸਟ। ਇਹ ਸਾਰੀ ਚੁਣੌਤੀਆਂ ਹੋਣ ਦੇ ਬਾਵਜੂਦ, ਪਰ ਇਹ ਤਸਵੀਰ ਕਦੀ ਕਿਸੇ ਨੇ ਦਿਖਾਈ ਨਹੀਂ। ਜੇ ਟੀਚਰਾਂ ਦੀ ਸ਼ਾਰਟੇਜ ਹੈਗੀ, 14,000 ਟੀਚਰ ਦਾ ਡਾਟਾ ਆਇਆ ਵੀ ਪ੍ਰਾਇਮਰੀ ਸਕੂਲਾਂ 'ਚ ਘੱਟ ਹੈਗੀ ਆ। ਦੈਟ ਇਜ਼ ਅ ਰੋਂਗ ਸਟੋਰੀ। ਕਲੈਰੀਕਲ ਸਟਾਫ ਦੀ ਘੱਟ ਉਹ ਗਲਤ ਸਟੋਰੀ ਹੈ ਜੀ। ਤੇ ਉਹੀ ਤਾਂ ਗੱਲ ਹੈ, ਮੈਂ ਦੇਖਿਆ ਬੀਬਾ ਬਾਦਲ ਜੀ ਨੇ ਵੀ ਟਵੀਟ ਕੀਤਾ। ਹਾਂ, ਉਹ ਗਲਤ ਸਟੋਰੀ ਹੈ, ਆંકੜੇ ਗਲਤ ਹੈ। ਉਹ ਮੈਂ ਇੱਦਾਂ ਹੀ ਕੁਝ ਯੂਨੀਅਨਾਂ ਚੱਕ ਕੇ ਇਕੱਠਾ ਕਰਕੇ ਕਿਸੇ ਨੂੰ ਵੀ ਨਾ ਵੈਰੀਫਾਈ ਕਰਨਾ, ਨਾ ਦੇਖਣਾ, ਨਾ ਕੁਛ ਕਰਨਾ, ਚੱਕ ਕੇ ਲਾ ਦਿਓ ਜੀ। ਮੈਂ ਖੁਦ ਜੀ ਇੱਥੇ ਸਟੱਡੀ ਕੀਤੀ ਹੈ। ਸਾਡੇ ਕੋਲ ਜਿਹੜੀ ਕੁੱਲ ਟੀਚਰਸ ਦੀ ਘਾਟ ਹੈ ਉਹ 20-22 ਹਜ਼ਾਰ ਟੀਚਰਸ ਦੀ ਘਾਟ ਹੈ। ਉਹਦੇ ਵਿੱਚ ਅਸੀਂ ਪ੍ਰਾਇਮਰੀ ਕਾਡਰ ਦੇ ਵਿੱਚ ਇਨਰਿਚ ਹੈ, ਬਲਕਿ ਯਾਨੀ ਸਾਨੂੰ ਜਿਹੜਾ ਹੈ ਜਦੋਂ 59-94 ਆ ਜੂਗੀ, 66-35 ਕੰਪਲੀਟ ਹੋ ਗਿਆ ਹੈ, ਤੇ ਅਗਲਾ ਜਿਹੜਾ ਲੋਟ ਹੈ ਉਮੀਦ ਹੈ ਅਗਰ ਹੁਣ ਉਹਦੇ ਵੀ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ, ਹਾਈ ਕੋਰਟ ਨੇ ਸਟੇ ਤੇ ਰਿਜ਼ਲਟ ਤੇ ਰੋਕ ਲਾਈ ਹੋਈ ਹੈ, ਪਰ ਅਸੀਂ ਉਹਨੂੰ ਲੜਾਂਗੇ, ਆਪਣੇ ਤੱਥ ਰੱਖਾਂਗੇ। ਉਹ ਜਦੋਂ ਬੱਚੇ ਆ ਗਏ ਤਾਂ ਮੈਨੂੰ ਲੱਗਦਾ ਸੀ ਸਾਡੀ ਜਿਹੜੀ ਪ੍ਰਾਇਮਰੀ ਵਾਲੀ ਦਿੱਕਤ ਬਿਲਕੁਲ ਠੀਕ ਹੋ ਜੂਗੀ। ਪ੍ਰੋਬਲਮ ਪ੍ਰਿੰਸੀਪਲਸ ਵਾਲਾ ਕੇਸ ਕਦੀ ਫੋਲੋ ਹੀ ਨਹੀਂ ਕੀਤਾ ਕਿਸੇ ਨੇ। 800 ਸਕੂਲ ਹੁਣ ਇਹ ਵੀ ਕਦੀ ਖਬਰ ਲੱਗ ਜੂਗੀ ਕਿ 800 ਸਕੂਲ ਤਾਂ ਬਿਨਾਂ ਪ੍ਰਿੰਸੀਪਲਾਂ ਤੋਂ ਨੇ। ਪ੍ਰਿੰਸੀਪਲਾਂ ਦੇ ਉੱਤੇ ਨਵੀਂ ਭਰਤੀ ਤੇ ਰੋਕ ਲੱਗੀ ਹੋਈ ਹੈ। ਪ੍ਰਮੋਸ਼ਨਾਂ ਤੇ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਨੇ ਸਟੇ ਲਾਈ ਹੋਈ ਹੈ ਜੀ। ਨਵੀਂ ਭਰਤੀ ਦੇ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ। ਤਾਂ ਇਹ ਸਾਰੀ ਚੁਣੌਤੀਆਂ ਨੂੰ ਕਰਦੇ ਹੋਏ ਪਰ ਉਹ ਜਿਹਦੇ ਨਾਲ ਪਰਮਾਤਮਾ ਅਕਾਲ ਪੁਰਖ ਹੈ ਤੇ ਉਹਨੂੰ ਕਰ ਰਹੇ ਹਾਂ। ਤੇ ਇਸ ਮਹਿਕਮੇ ਦੇ ਵਿੱਚ ਤਸਵੀਰ ਤੁਹਾਨੂੰ ਬਹੁਤ ਜਲਦੀ ਬਦਲ। ਤੁਸੀਂ ਪਿੰਡਾਂ 'ਚ ਸਕੂਲਾਂ ਦਾ ਦੌਰਾ ਸ਼ੁਰੂ ਕੀਤਾ ਸੀ, ਬਾਰਡਰ ਬੈਲਟ 'ਚ ਵੀ ਗਏ ਹੋ, ਤੁਹਾਡਾ ਉਹ ਰੂਟੀਨ ਰੁਕ ਕਿਉਂ ਗਿਆ? ਇਹ ਰੁਕ ਨਹੀਂ ਗਿਆ ਜੀ, ਮੈਂ ਲਗਾਤਾਰ ਜਾਂਦਾ ਤੇ ਇੱਦਾਂ ਹੀ ਰਹੂੰਗਾ। ਇਹ ਹੁਣ ਮੈਂ ਜੋ ਮਰਜ਼ੀ ਰਵਾਂ, ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਸਕੂਲਾਂ 'ਚ ਹੀ ਮਿਲੂੰਗਾ, ਰੁਕ ਨਹੀਂ ਗਿਆ, ਮੈਂ ਲਗਾਤਾਰ ਜਾਰੀ ਹਾਂ। ਕਿਉਂਕਿ ਐਜ਼ ਅ ਪਾਰਟੀ ਮੈਨ ਕੁਛ ਜਲੰਧਰ ਦੇ ਵਿੱਚ ਵੀ ਮੇਰੀ ਡਿਊਟੀ ਹੈ, ਤਾਂ ਉਹ ਵੀ ਨਿਭਾਉਣਾ, ਇੱਕ ਪਾਰਟੀ ਦਾ ਸਿਪਾਹੀ ਹੁੰਦੇ ਨੇ ਬਾਤੇ। ਤੇ ਜਿੱਦਾਂ ਹੀ ਇੱਥੋਂ ਫਰੀ ਹੁੰਦੇ ਦੁਬਾਰਾ ਉਹਨੂੰ ਸ਼ੁਰੂ ਕਰਾਂਗੇ। ਤੇ ਇੱਕ ਅਸੀਂ ਨਵਾਂ ਕੰਮ ਕਰ ਰਹੇ ਹਾਂ ਇਸ ਵਾਰੀ ਤੁਹਾਨੂੰ ਸਕੂਲ ਦੀ ਛੁੱਟੀਆਂ 'ਚ ਵੀ ਮੈਂ ਸਕੂਲਾਂ 'ਚ ਮਿਲੂੰਗਾ। ਹਾਂ, ਅੱਛਾ, ਉਹ ਕਿੱਦਾਂ ਹੁੰਦਾ ਕੀ ਸੀਗਾ ਜੀ, ਅਸੀਂ ਇੱਕ ਤਾਂ ਸਮਰ ਕੈਂਪ ਵੀ ਲੈ ਕੇ ਆ ਰਹੇ ਹਾਂ। ਪਹਿਲੀ ਵਾਰੀ ਸਰਕਾਰੀ ਸਕੂਲਾਂ ਵਿੱਚ ਸਮਰ ਕੈਂਪ ਲੱਗੂ। ਠੀਕ ਹੈ ਜੀ। ਜੋ ਚੀਜ਼ਾਂ ਪ੍ਰਾਈਵੇਟ ਸਕੂਲਾਂ 'ਚ ਹੁੰਦੀਆਂ, ਕਿਉਂਕਿ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ। ਜਿਵੇਂ PTM ਨੂੰ ਬਹੁਤ ਭੰਡਿਆ ਗਿਆ, ਕਹਿੰਦੇ ਜੀ PTM ਕਰਤੀ ਜੀ, ਕਿਉਂਕਿ ਉਸ ਤੋਂ ਪਹਿਲਾਂ ਹੁੰਦੀ ਸੀ, ਉਹ ਇੱਕ ਫਾਰਮੈਲਿਟੀ ਸੀ ਸਰਕਾਰੀ ਸਕੂਲਾਂ 'ਚ। ਉਹਦਾ ਨਾਮ ਰੱਖਿਆ ਹੋਇਆ ਸੀ ਜੀ ਮਾਪੇ ਅਧਿਆਪਕ ਮਿਲਣੀ। ਦੇਖੋ ਮੈਂ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਦਾ, ਪਰ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਸਾਡੀ ਪੰਜਾਬੀ ਭਾਸ਼ਾ ਦਾ
ਹਿੱਸਾ ਬਣ ਚੁੱਕੇ ਹਾਂ। ਜਿਹੜੇ ਨਵੇਂ ਅਲਫਾਜ਼ ਆ ਗਏ, ਚਾਹੇ ਅੰਗਰੇਜ਼ੀ ਭਾਸ਼ਾ ਦੇ ਹੋਣ, ਇੱਕ ਜਿਹਨੂੰ ਆਪਾਂ ਆਮ ਕਹਿ ਦੋ, ਹੁਣ ਜਿਹੜੀ ਚੈਟਿੰਗ ਉਹ ਚੈਟਿੰਗ ਹੀ ਕਹੋਗੇ ਤੁਸੀਂ ਉਹਨੂੰ। ਹਾਂ, ਜਿਵੇਂ ਸਕੂਲ ਆਫ ਐਮੀਨੈਂਸ ਤੇ ਵੀ ਸਵਾਲ ਖੜਾ ਹੋਇਆ, ਹਾਂ, ਐਮੀਨੈਂਸ ਵਰਡ ਕਿਉਂ ਰੱਖਿਆ, ਅੰਗਰੇਜ਼ੀ ਦਾ ਨਾਂ ਕਿਉਂ ਰੱਖਿਆ? ਪਰ ਤੁਸੀਂ ਲਿਖੋ ਪੰਜਾਬੀ ਚ ਲਓ ਤਾਂ ਤੁਸੀਂ ਜਿਹੜੇ ਉਸ ਨੈਰੋ ਮਾਈਂਡਡਨੈਸ ਤੋਂ ਤੁਹਾਨੂੰ ਨਿਕਲਣਾ ਪੈਣਾ ਵਾ। ਜਦੋਂ ਹੁਣ ਮਾਪੇ ਅਧਿਆਪਕ ਮਿਲ ਨਹੀਂ ਕਰਦੇ ਹੋ, ਉਧਰੋਂ ਪ੍ਰਾਈਵੇਟ ਦੇਖੋ, ਤੇ ਜਿਹੜੇ ਆਬਜੈਕਸ਼ਨ ਕਰਦੇ ਨੇ ਉਹਨਾਂ ਦੇ ਆਪ ਦੇ ਬੱਚੇ ਤਾਂ ਪੀਟੀਐਮਾਂ 'ਚ ਜਾਂਦੇ ਨੇ ਪ੍ਰਾਈਵੇਟ ਸਕੂਲਾਂ ਦੇ। ਕੁਝ ਗੱਲਾਂ ਤੇ ਸਾਡਾ ਲੈਂਗੁਏਜ ਡਿਫਰੈਂਸ ਵੀ ਹੋ ਜਾਊਗਾ ਨਾ। ਹੁਣ ਮੋਬਾਈਲ ਨੂੰ ਮੋਬਾਈਲ ਕਹੋਗੇ, ਇਹਨੂੰ ਤੁਸੀਂ ਕੁਝ ਹੋਰ ਸ਼ਬਦ ਕਹੋਗੇ। ਮੈਂ ਤਾਂ ਬਹੁਤ ਸਾਰੀ ਚੀਜ਼ਾਂ ਨੇ ਨਾ ਜਿਹੜੀ ਤੁਸੀਂ ਉਸ ਨੈਰੋ ਮਾਈਂਡਡਨੈਸ ਤੇ ਨਹੀਂ ਜਾਣਾ, ਜਿਹੜੇ ਕਰਨਗੇ ਉਹ ਤਾਂ ਕਰਨਗੇ। ਔਰ ਜਦੋਂ ਉਹਦਾ ਹੀ ਨਾਮ ਪੀਟੀਐਮ ਰੱਖਤਾ ਤੇ ਉਹਨੂੰ ਵੱਡੇ ਸਕੇਲ ਤੇ ਕੀਤਾ, ਤਾਂ ਮੈਨੂੰ ਜੋ ਦੱਸਿਆ ਕਿਸੇ ਨੇ ਕਿ ਉਹਦੇ ਵਿੱਚ ਜਿਹੜਾ ਇੱਕ ਬਿਲਕੁਲ ਗਰੀਬ ਵਰਗ ਹੈ, ਉਹਨੂੰ ਵੀ ਲੱਗਿਆ ਕਿ ਨਹੀਂ ਯਾਰ, ਸਾਡੇ ਵੀ ਬੱਚੇ ਸਕੂਲ 'ਚ ਪੜ੍ਹਦੇ ਆ। ਉਹ ਵੀ ਉਸ ਦਿਨ ਤਿਆਰ ਹੋ ਕੇ ਸਕੂਲਾਂ 'ਚ ਪਹੁੰਚੇ। ਜੀ, ਗਰਮੀਆਂ 'ਚ ਤੁਸੀਂ ਕੀ ਲੈ ਕੇ ਆ ਰਹੇ ਹੋ, ਛੁੱਟੀਆਂ 'ਚ? ਸਮਰ ਕੈਂਪ ਲੈ ਕੇ ਆ ਰਹੇ। ਦੂਜੀ ਚੀਜ਼ ਕੀ ਹੁੰਦਾ ਸੀ, ਤੁਹਾਨੂੰ ਗ੍ਰਾਂਟਾਂ ਆਉਂਦੀਆਂ ਸੀ। ਪਹਿਲੀ ਗੱਲ ਤਾਂ 90% ਗ੍ਰਾਂਟਾਂ ਕਦੀ ਯੂਜ਼ ਹੀ ਨਹੀਂ ਹੁੰਦੀਆਂ ਸੀ, ਇੱਦਾਂ ਹੀ ਕਾਗਜ਼ਾਂ 'ਚ ਹੀ, ਕਿਉਂਕਿ ਅਫਸਰਾਂ ਦੀ ਅਣਗਹਿਲੀ ਕਾਰਨ, ਮੰਤਰੀਆਂ ਦੀ ਅਣਗਹਿਲੀ ਕਾਰਨ ਨਿਕਲ ਜਾਂਦੀਆਂ ਸੀ। ਪਿਛਲੇ ਸਾਲ ਅਸੀਂ ਸਾਰੀ ਗ੍ਰਾਂਟਾਂ ਯੂਜ਼ ਕੀਤੀਆਂ, ਅਤੇ ਮੈਂ ਦੇਖਿਆ ਕਿ ਉਹ ਗ੍ਰਾਂਟਾਂ ਜਾਂਦੀਆਂ ਜੀ ਜਨਵਰੀ ਫਰਵਰੀ 'ਚ, ਕਿ ਤੁਸੀਂ ਕਮਰਾ ਬਣਾ ਲਓ, ਤੁਸੀਂ ਬਾਥਰੂਮ ਠੀਕ ਕਰਾ ਲਓ। ਉੱਧਰ ਇਮਤਿਹਾਨ। ਹੁਣ ਦੇਖੋ ਗੱਲ ਹੋਇਆ ਨਾ ਟੀਚਰ, ਅਤੇ ਬੈਸਟ ਟਾਈਮ ਕਿਹੜਾ? ਜੂਨ ਜੁਲਾਈ। ਜੀ, ਜਦੋਂ ਬੱਚਿਆਂ ਨੂੰ ਛੁੱਟੀਆਂ, ਤੁਸੀਂ ਜੋ ਮਰਜ਼ੀ ਕਰੋ ਸਕੂਲ 'ਚ। ਤਾਂ ਜੂਨ ਜੁਲਾਈ ਦੇ ਵਿੱਚ ਅਸੀਂ ਇਨਫਰਾਸਟਰਕਚਰ ਸੈੱਲ ਬਣਾਤਾ। ਮੈਂ ਹਰ ਮੰਗਲਵਾਰ ਉਹਦੀ ਮੀਟਿੰਗ ਹੋਣੀ ਹੈ, ਅਤੇ ਖੁਦ ਉਸ ਨੂੰ ਮੋਨੀਟਰ ਕਰਦਾ। ਤਾਂ ਇਸ ਵਾਰੀ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਸਕੂਲ ਠੀਕ ਕਰਾਂਗੇ। ਜਿਹੜੇ ਖੰਡਰ ਬਣੇ ਹੋਏ ਸਕੂਲ ਹੈ, ਲਿਸਟ ਜਾਰੀ ਕਰਾਂਗੇ। ਅੱਗੇ ਬਰਸਾਤਾਂ ਆ ਰਹੀਆਂ, ਫਿਰ ਮੀਡੀਆ ਨੇ ਖਬਰਾਂ ਚਲਾਉਣੀਆਂ ਕਿ ਜੀ ਹਾਂ ਸਕੂਲ ਜਿਹੜੇ ਆ ਉਹ ਡੁੱਬ ਗਏ। ਕਿਉਂਕਿ ਸਾਡਾ ਇੱਦਾਂ ਦਾ 1100 ਸਕੂਲ ਪਿਛਲੀ ਵਾਰ ਆਈਡੈਂਟੀਫਾਈ ਕਰਾਇਆ। 1100 ਸਕੂਲ ਸੋਢੀ ਸਾਹਿਬ ਇੱਦਾਂ ਦਾ, ਸ਼ਹਿਰਾਂ 'ਚ ਕਹਿ ਲਓ, ਪਿੰਡ 'ਚ ਕਹਿ ਲਓ, ਜਿਹੜਾ ਨੀਵਾਂ ਹੋ ਗਿਆ, ਬਾਕੀ ਸੜਕ ਉੱਚੀ ਹੋ ਗਈ, ਜਿੱਥੇ ਅੱਧਾ ਘੰਟਾ ਜੇ ਬਰਸਾਤ ਪਵੇ ਤਾਂ ਉੱਥੇ ਕਲਾਸ ਨਹੀਂ ਲੱਗ ਸਕਦੀ। ਅੱਛਾ ਜੀ, 1100 ਸਕੂਲ ਇੱਦਾਂ ਦਾ। ਤਾਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ 'ਤੇ ਕੰਮ, ਤਾਂ ਇਹ ਜੇ ਚੀਜ਼ਾਂ ਪਤਾ ਹੋਣਗੀਆਂ ਤਾਂ ਹੀ ਕੁਝ ਕਰਾਂਗੇ। ਪੱਕੇ ਕਰਨ ਦੀ ਕੀ ਯੋਜਨਾ ਤੁਹਾਡੀ ਜੀ? ਪੱਕੇ ਜੀ ਆਲਮੋਸਟ 95% ਕੰਮ ਹੋ ਚੁੱਕਿਆ। ਅਤੇ ਉਮੀਦ ਹੈ ਮਾਨ ਸਾਹਿਬ, ਕਿਉਂਕਿ ਮਾਨ ਸਾਹਿਬ ਦਾ ਵੀ ਡ੍ਰੀਮ ਪ੍ਰੋਜੈਕਟ ਹੈ, ਅਤੇ ਉਹ ਮੈਨੂੰ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਇਹ ਪੁੱਛਦੇ ਕਿਸ ਸਟੇਜ 'ਤੇ ਹੈ, ਅਤੇ ਨਹੀਂ ਠੀਕ ਹੈ। ਅਤੇ ਬਹੁਤ ਸਾਰੇ ਜਿਹੜੇ ਟੀਚਰਸ ਹੈ ਉਹ ਜਾ ਕੇ ਖੁਦ ਜਦੋਂ ਮਾਨ ਸਾਹਿਬ ਨੂੰ ਮਿਲਦੇ ਆ, ਤਾਂ ਮਾਨ ਸਾਹਿਬ ਦਾ ਮੈਨੂੰ ਹਮੇਸ਼ਾ ਹੀ ਹੁੰਦਾ ਕਿ ਉਹ ਆਪਾਂ ਜਲਦ ਤੋਂ ਜਲਦ ਇਹ ਕਰਨਾ, ਅਤੇ ਉਮੀਦ ਹੈ ਕਿ ਇਸੇ ਮਹੀਨੇ ਉਸ ਨੂੰ ਕਰਨਾ। ਇੱਕ ਸਵਾਲ ਹੋਰ ਮੰਤਰੀ ਸਾਹਿਬ, ਤੁਹਾਡੇ ਕੋਲ ਪੋਸਟਾਂ ਕਿੰਨੀਆਂ ਖਾਲੀ ਆ? ਆਉਣ ਵਾਲੇ 4 ਸਾਲਾਂ 'ਚ ਤੁਸੀਂ ਕਿੰਨੀਆਂ ਕੁ ਭਰਤੀਆਂ ਕੱਢਣੀਆਂ? ਨਾਲ ਇੱਕ ਹੋਰ ਸਪਲੀਮੈਂਟਰੀ ਸਵਾਲ ਵੀ ਹੈ ਵੀ ਜੇ ਤੁਸੀਂ ਟੀਚਰ ਰੱਖਣੇ ਹੀ ਨਹੀਂ, ਫਿਰ ਬੀਐਡ ਬੰਦ ਕਿਉਂ ਨਹੀਂ ਕਰਵਾ ਦਿੰਦੇ? ਕਿਉਂਕਿ ਬੰਦਾ ਜਿਹੜਾ ਸਕਿੱਲ ਬੇਸਡ ਡਿਗਰੀ ਕਰਦਾ ਨਾ ਜੀ, ਉਹ ਤੁਹਾਡਾ ਫਿਰ ਮਾਫ ਕਰਿਓ, ਉਹ ਤੁਹਾਡਾ ਗੈਸਟ ਬਣ ਕੇ ਬਹਿ ਜਾਂਦਾ ਵੀ ਲਓ ਜੀ ਮੈਨੂੰ ਰੱਖੋ, ਮੈਂ ਤਾਂ ਬੀਐਡ ਕੀਤੀ ਹੈ। ਅਤੇ ਇਹ ਸੋਢੀ ਸਾਹਿਬ ਤੁਹਾਡਾ ਸਵਾਲ ਠੀਕ ਹੈ। ਇਹ ਸਵਾਲ ਦਾ ਮੈਂ ਇਹਦਾ ਕੁਛ ਨਾ ਕੁਛ ਮੈਂ ਇਹ ਵੀ ਸਮਝ ਮੈਂ ਟੈਕਨੀਕਲ ਐਜੂਕੇਸ਼ਨ ਵੀ ਮੇਰੇ ਕੋਲ ਹੈ। ਹਾਂਜੀ, ਆਈਟੀਆਂ 'ਚ ਵੀ ਇਹੀ ਹਾਲ ਹੈ। ਇਹੀ ਹਾਲ ਹੈ ਜੀ। ਕੋਈ ਬੀਟੈਕ ਕਰ ਗਿਆ, ਮੈਂ ਜਦੋਂ ਹੁਣ ਇਸ ਵਾਰ ਵੀ ਕਿਹਾ ਕਿ ਦੇਖੋ, ਤੁਸੀਂ ਜਦੋਂ ਕਿਸੇ ਬੰਦੇ ਨੂੰ, ਤੁਸੀਂ ਖਾਸ ਕਰਕੇ ਡਿਪਲੋਮਾ ਕੋਰਸਿਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਉਹਨੂੰ ਸਕਿੱਲ ਦੇ ਰਹੇ ਹੋ। ਆਈਟੀਐਸ ਦਾ ਮਤਲਬ ਹੈ ਕਿ ਤੁਸੀਂ ਸਕਿੱਲ ਦੇ ਰਹੇ ਹੋ ਵੀ ਹਾਂ ਤੂੰ ਆਹ ਫਿਟਰ ਬਣ ਜਾ, ਤੈਨੂੰ ਆਹ ਨੌਕਰੀ ਦੇਵਾਂਗੇ, ਮਿਲ ਜੂਗੀ। ਮੈਂ ਕਿਹਾ ਇਹ ਤੁਸੀਂ ਉਹਨੂੰ ਨੌਕਰੀ ਨਹੀਂ ਦੇ ਪਾ ਰਹੇ, ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਪਰੇਸ਼ਾਨੀ ਖੜਾ ਕਰ ਰਹੇ ਹੋ। ਬਿਲਕੁਲ, ਤੁਸੀਂ ਬੇਰੋਜ਼ਗਾਰ ਪੈਦਾ ਕਰ ਰਹੇ ਹੋ। ਆਪ ਪੈਦਾ ਕਰ ਰਹੇ ਹੋ ਤੁਸੀਂ। ਤੁਹਾਡੀ ਆਈਟੀਆਈਜ਼, ਤੁਹਾਡੇ ਇੰਸਟੀਟਿਊਟਸ, ਦੇ ਆਰ ਬਿਕਮਿੰਗ ਅ ਫੈਕਟਰੀ, ਜਿਸ ਫੈਕਟਰੀ 'ਚੋਂ ਬੇਰੋਜ਼ਗਾਰ ਬਣ ਕੇ ਬਾਹਰ ਨਿਕਲ। ਜੇ ਬੀਐਡ ਵਾਲਾ ਤੇ ਬੀਟੈਕ ਵਾਲਾ ਚਾਹੀਦਾ ਹੀ ਨਹੀਂ, ਫਿਰ ਉਹ ਕਰਵਾਈ ਕਿਉਂ ਜਾਣੀ? ਜੀ, ਦੋ ਪਹਿਲੂ ਨੇ। ਜਿਹੜਾ ਤਾਂ ਸਿੱਖਿਆ ਮਹਿਕਮੇ ਵਾਲਾ, ਉਹਦੇ ਵਿੱਚ ਸੇਮ ਮਾਨ ਸਾਹਿਬ ਦੇ ਇੰਸਟਰਕਸ਼ਨਸ ਹੈ, ਜਿਵੇਂ ਆਪਾਂ ਪੰਜਾਬ ਪੁਲਿਸ ਕੀਤਾ ਕਿ ਪਤਾ ਕਿ ਹਰ ਸਾਲ ਇੰਨੇ ਮੁਲਾਜ਼ਮ ਰਿਟਾਇਰ ਹੋਣੇ ਆ, ਇੰਨਿਆਂ ਦੀ ਆਪਾਂ ਨੂੰ ਲੋੜ ਪੈਣੀ ਆ, ਇਹਨਾਂ ਦਾ ਪੇਪਰ ਜਿਹੜਾ ਐਡ ਇਸ ਤਰੀਕ ਨਿਕਲਿਆ ਕਰੂਗੀ, ਐਗਜ਼ਾਮ ਇਦੋਂ ਹੋਇਆ ਕਰੂਗਾ, ਕਾਉਂਸਲਿੰਗ ਇਦੋਂ ਹੋਇਆ ਕਰੂ। ਇੱਦਾਂ ਹੀ ਅਸੀਂ ਅਗਲੇ 1.5-2 ਮਹੀਨੇ 'ਚ ਜਾਰੀ ਕਰ ਦਾਂਗੇ ਕਿ ਹਰ ਸਾਲ, ਪਹਿਲਾਂ ਤਾਂ ਇੰਨੀ ਸ਼ਾਰਟੇਜ ਆਫ ਟੀਚਰਸ ਹੈ, ਉਸ ਵਾਰ ਹਰ ਸਾਲ ਦਿਸ ਇਜ਼ ਦਾ ਰਿਟਾਇਰਮੈਂਟ ਰੇਟ। ਬਿਲਕੁਲ ਸਹੀ ਗੱਲ। ਇੰਨੇ ਬੱਚੇ ਵੱਧਦੇ, ਜਿਵੇਂ ਇਸ ਵਾਰੀ ਵਧੇ ਨੇ, ਇੰਨੇ ਬੱਚੇ ਵਧਣ ਨਾਲ ਇੰਨੀਆਂ ਪੋਸਟਾਂ ਦੀ ਲੋੜ ਵੀ ਇੱਕ ਲੌਂਗ ਟਰਮ ਡਿਮਾਂਡ ਕ੍ਰੀਏਟ ਹੋ ਜੂਗੀ। ਹਾਂ, 10 ਸਾਲ ਦਾ ਪਲਾਨ ਕਿ ਅਗਲੇ 10 ਸਾਲ 'ਚ ਇੰਨੇ ਟੀਚਰਸ ਦੀ ਲੋੜ ਪੈਣੀ ਹੈ, ਇੰਨੀਆਂ ਦੀ ਰਿਟਾਇਰਮੈਂਟ ਹੈ ਕਿ ਹਰ ਸਾਲ ਇੰਨੀ ਭਰਤੀ ਆਉਂਦੀ ਰਹੂਗੀ। ਹੁਣ ਕੀ ਭਰਤੀਆਂ ਆਉਂਦੀਆਂ 4-4, 5-5 ਸਾਲ ਬਾਅਦ ਹੈ, ਫਿਰ ਉਹਦੇ ਵਿੱਚ ਨੰਬਰ ਬਹੁਤ ਵੱਧ ਜਾਂਦਾ, ਅਤੇ ਕੋਈ ਨਾ ਕੋਈ ਦਿੱਕਤ ਪੈ ਗਈ ਤਾਂ ਭਰਤੀ ਫਸ ਗਈ ਜੀ। ਜੇ ਹਰ ਸਾਲ ਆਊਗੀ, ਬਾਈ ਚਾਂਸ ਕਿਸੇ ਦੇ ਵਿੱਚ ਕੋਈ ਲੀਗਲ ਲਿਕਿਉਨਾ ਵੀ ਆ ਗਿਆ, ਤਾਂ ਉਹ ਬੱਚਾ ਅਗਲੇ ਸਾਲ ਉਹਨੂੰ ਪਤਾ ਹੋ ਗਿਆ ਯਾਰ ਮੈਂ ਫਿਰ ਪੇਪਰ 'ਚ। ਹੁਣ ਤਾਂ ਹੀ ਨੌਜਵਾਨਾਂ 'ਚ ਇੰਨਾ ਗੁੱਸਾ, ਨੂੰ ਪਤਾ, ਉਹਨਾਂ ਨੂੰ ਡਰ ਹੁੰਦਾ ਕਿ ਯਾਰ ਇਹ ਭਰਤੀ ਜੇ ਰਹਿ ਗਈ ਪਤਾ ਨਹੀਂ ਦੁਬਾਰਾ ਕਦੀ ਆਵੇ ਜਾਂ ਨਾ ਆਵੇ। ਬਿਲਕੁਲ, ਉਹ ਵੀ ਆਪਣੀ ਜਗ੍ਹਾ ਸੱਚੇ ਨੇ ਜੀ। ਜਦੋਂ ਤੱਕ ਮੇਰੀ ਜਾਣਕਾਰੀ ਹੈ, ਤੁਸੀਂ 2 ਕਮਿਟਮੈਂਟਸ ਕੀਤੀਆਂ ਸੀ। ਇੱਕ ਤਾਂ ਬਦਲੀ ਦਾ ਸਟੇ ਤੁਸੀਂ ਕਿਹਾ ਸੀ ਵੀ ਘੱਟੋ ਘੱਟ 1 ਸਾਲ ਰਹੇਗਾ, ਦੂਸਰਾ ਸੀਗਾ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ ਤੇ ਸਾਲ ਕਰ ਦਿਓਗੇ।
ਮੇਰੇ ਖਿਆਲ ਨਹੀਂ, ਇਹ ਦੋਨੋਂ ਤੁਹਾਨੂੰ ਕਮੈਂਟ ਆਏ ਨੇ ਜੀ, ਇਹ ਦੋਨੋਂ ਗਲਤ ਹੈ, ਦੋਨੋਂ ਗਲਤ ਹੈ। ਦੇਖੋ ਕੁਝ ਚੀਜ਼ਾਂ ਸਾਨੂੰ ਟੀਚਰਸ ਨੂੰ ਵੀ ਸਮਝਣੀਆਂ ਪੈਣੀਆਂ। ਇੱਕ ਤਾਂ ਜਦੋਂ ਤਾਂ ਨੌਕਰੀ ਲੈਣੀ ਉਦੋਂ ਜਿੱਥੇ ਮਰਜ਼ੀ ਰੱਖ ਦਿਓ, ਤੇ ਜਦੋਂ ਨੌਕਰੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਜਦੀ ਦੇਖੋ ਅਸੀਂ ਤੁਹਾਨੂੰ ਲੈ ਰਹੇ ਹਾਂ ਕਿਉਂਕਿ ਸ਼ਾਰਟ ਹੈ ਪੰਜਾਬ ਦੇ ਜੀ। ਮੈਂ ਹੁਣ ਇੱਕ ਸਕੂਲ 'ਚ ਗਿਆ ਸੀ ਜੀ, ਤਰਨਤਾਰਨ ਦੇ ਬਿਲਕੁਲ ਬਾਰਡਰ ਦੇ ਸਕੂਲ ਹੈ, ਐਂਡ ਜ਼ੀਰੋ, ਜਿੱਥੇ ਜਾਣੀ ਬਿਲਕੁਲ ਤਾਰ ਲੱਗੀ ਹੈ, ਸਾਹਮਣੇ ਪਾਕਿਸਤਾਨ ਵੀ ਦਿਸਦਾ ਜੀ। ਖੇਮਕਰਨ ਦੇ ਵਿੱਚ, ਮੈਂ ਪਿੰਡ ਦਾ ਨਾਮ ਭੁੱਲ ਰਿਹਾ, ਤੇ ਸ਼ਾਇਦ ਰਾਜੋਕੇ ਆ। ਤੇ ਉੱਥੇ ਮੁੰਡਾ ਜਿਹੜਾ ਪੜ੍ਹਾ ਰਿਹਾ ਸੀ, ਸਿੰਗਲ ਟੀਚਰ ਆਇਆ, ਨਵਾਂ ਟੀਚਰ ਆਇਆ 66-35 'ਚ, ਜਿਹੜੀ ਨਵੀਂ ਭਰਤੀ ਹੋਈ 8-7 में, ਉਸ ਦਾ ਨਾਮ ਆਕਾਸ਼ ਸਿੰਘ ਹੈ। ਉਹ ਆਇਆ ਜੀ ਫਾਜ਼ਿਲਕਾ ਤੋਂ, ਤੇ ਉਹ ਫਾਜ਼ਿਲਕਾ ਤੋਂ ਉੱਥੇ ਆ ਕੇ ਪੜ੍ਹਾ ਰਿਹਾ, ਕਹਿੰਦਾ ਜੀ ਮੈਂ ਉੱਥੇ ਰਹਿੰਦਾ, ਖੇਮਕਰਨ ਸ਼ਹਿਰ 'ਚ ਰਹਿੰਦਾ, 15 ਕਿਲੋਮੀਟਰ ਦੂਰ ਹੈ। ਤੇ ਪੂਰੇ ਸਕੂਲ, ਹੁਣ ਉਹ ਸਕੂਲ ਦੇ ਵਿੱਚ ਅਸੀਂ 2 ਨਵੇਂ ਕਮਰੇ, ਬਹੁਤ ਸ਼ਾਨਦਾਰ ਬਣ ਜਾਊਗਾ ਅਗਲੇ 1.5-2 ਮਹੀਨੇ 'ਚ। ਅੱਜ ਤਾਂ ਉਹਦੀ ਹਾਲਤ ਖਸਤੇ ਹੈ, ਕੰਮ ਚੱਲ ਰਿਹਾ ਉੱਥੇ। ਪਰ ਇੱਕ ਟੀਚਰ ਨੇ ਉਸ ਸਾਰੇ ਪਿੰਡ ਦਾ ਜਿਹੜਾ ਸਰੂਪ ਬਦਲਤਾ। ਉੱਥੇ ਬੱਚੇ ਵੀ ਡਬਲ ਹੋ ਗਏ। ਹੁਣ ਅਗਰ ਅੱਜ ਉਹ ਆਕਾਸ਼ ਮੈਨੂੰ ਕਵੇ ਕਿ ਨਹੀਂ ਮੈਨੂੰ ਤਾਂ ਜੀ ਉੱਥੇ ਹੀ ਭੇਜ ਦਿਓ, ਹਜੇ ਪਹਿਲੇ 2 ਸਾਲ ਆ ਉਹਦੇ, ਉਸ ਤੋਂ ਬਾਅਦ ਆਪਣੇ ਆਪ ਪ੍ਰੋਸੈਸ ਖੁੱਲ੍ਹ ਜਾਊਗਾ। ਜਿਵੇਂ ਜਿਵੇਂ ਟਰਾਂਸਪੋਰਟ ਜਿਹੜੀ ਪਾਲਿਸੀ ਹੈ ਉਹ ਇਹਦੇ 'ਚ, ਟਰਾਂਸਪੋਰਟ ਪਾਲਿਸੀ 'ਚ ਜਿਵੇਂ ਜਿਵੇਂ ਉਹਦੀ ਸਰਵਿਸ ਹੋਈ ਜਾਊਗੀ, ਉਹ ਆਪਣੇ ਘਰ ਦੇ ਨੇੜੇ ਆਉਂਦਾ ਰਹੋ। ਅੱਜ ਜੇ ਅਗਰ ਮੈਂ ਹੁਣ ਭਰਤੀ ਤਾਂ ਸਕੂਲ ਲਈ ਕੀਤਾ ਸੀ, ਹੁਣ ਉਹਦੀ ਮੈਨੂੰ ਕੋਈ ਸਿਫਾਰਿਸ਼ ਲੈ ਕੇ ਆ ਜਾਵੇ, ਸਹੂਲਤ ਵੇਖਣ ਲੱਗ ਪਏ, ਫਿਰ ਉਹ ਪਿੰਡ ਵਾਲੇ ਕਿੱਥੇ ਜਾਣਗੇ। ਮੈਂ ਕੁਆਲਿਟੀ ਆਫ ਐਜੂਕੇਸ਼ਨ ਤੇ ਫਿਰ ਇੱਕ ਸਵਾਲ ਕਰਨਾ ਚਾਹਣਾ ਮੈਂ ਮੰਤਰੀ ਸਾਹਿਬ। ਮੈਂ ਉਦਾਹਰਨ ਦਿੰਦਾ, ਮੇਰੀਆਂ 2 ਬੇਟੀਆਂ, ਦੋਨੋਂ ਪ੍ਰਾਈਵੇਟ ਸਕੂਲ 'ਚ ਪੜ੍ਹਦੀਆਂ, ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਆਪਣੇ ਵੱਲੋਂ ਮੈਂ ਪੂਰਾ ਤਿੜਕੇ ਜਲੰਧਰ ਦੇ ਚੰਗੇ ਸਕੂਲ 'ਚ ਪਾਈਆਂ। ਦੋਨਾਂ ਨੂੰ ਮੈਨੂੰ ਟਿਊਸ਼ਨ ਭੇਜਣਾ ਪੈ ਰਿਹਾ। ਪ੍ਰਾਈਵੇਟ ਵੀ ਸੁਭਾਵਕ ਹੈ, ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵੀ ਮੰਤਰੀ ਹੋ। ਕੁਆਲਿਟੀ ਆਫ ਐਜੂਕੇਸ਼ਨ ਬੈਂਸ ਸਾਹਿਬ, ਜਦੋਂ ਤੁਸੀਂ ਜਾਂ ਮੈਂ ਪੜ੍ਹਦੇ ਸੀ ਸਾਨੂੰ ਟਿਊਸ਼ਨ ਰੱਖਣ ਦੀ ਲੋੜ ਨਹੀਂ ਪੈਂਦੀ ਸੀ। ਅੱਜ ਕੀ ਕਾਰਨ ਹੈ ਕਿ ਜਿਹੜੇ ਸਕੂਲ ਆਪਣੇ ਆਪ ਨੂੰ ਬੜੇ ਧਾਕੜ ਸਕੂਲ ਸਾਦੇ ਆ, ਉਹਨਾਂ ਦੇ ਨਿਆਣਿਆਂ ਨੂੰ ਵੀ ਟਿਊਸ਼ਨ ਰੱਖਣੀ ਪੈ ਰਹੀ? ਨਹੀਂ, ਮੈਂ ਉਹਦੇ ਵਿੱਚ ਥੋੜਾ ਜਿਹਾ ਡਿਫਰ ਕਰਦਾ। ਉਹਦੇ ਵਿੱਚ ਨਾ এনवायरमेंट ਦੀ ਪ੍ਰੋਬਲਮ ਹੈ। ਪਿਛਲੇ ਜਿਵੇਂ ਹੁਣ ਤੁਸੀਂ ਕਿਹਾ ਉਸ ਸਮੇਂ ਦੇ ਵਿੱਚ ਤੇ ਉਸ ਸਮੇਂ 'ਚ, ਜਦੋਂ ਸਾਡੇ ਵਾਰੀ ਵੀ ਇੱਕ ਸਿਸਟਮ ਸ਼ੁਰੂ ਹੋ ਗਿਆ ਸੀਗਾ, ਵਿੱਚੋਂ ਜੇ ਹੋ ਗਿਆ ਟ੍ਰੈਂਡ ਜਿਹਾ ਸ਼ੁਰੂ ਹੋ ਗਿਆ ਸੀ। ਕਿਉਂਕਿ ਕੀ ਹੈ ਜੀ, ਬੱਚਿਆਂ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਪਾਉਣ ਲੱਗ ਗਏ। ਅਸੀਂ ਇੱਕ ਜਿਹੜਾ ਕਲਚਰ ਬਣਾ ਦਿੱਤਾ ਗਿਆ ਕਿ ਅੱਛਾ ਜੇ ਨਹੀਂ ਪੜ੍ਹੋਗੇ ਕੀ ਹੋਊਗਾ। ਅਸੀਂ ਯਾਨੀ ਜਿਹੜਾ ਤੁਸੀਂ ਕੋ ਕਰਿਕੂਲਰ ਐਕਟੀਵਿਟੀਜ਼ ਹੈ ਉਹ ਵੀ ਹੁਣ ਸਿਰਫ ਕੰਪੀਟੀਸ਼ਨ ਬੇਸਡ ਹੋ ਗਈਆਂ। ਉਹ ਬੱਚੇ ਦੀ ਨਿਖਾਰਤਾ ਨਹੀਂ ਲੈ ਕੇ ਆਉਂਦੇ। ਉਹ ਬਸ ਬੱਚਿਆਂ ਨੂੰ ਆਪਾਂ ਮਸ਼ੀਨ ਬਣਾਈ ਜਾ ਰਹੇ ਹਾਂ। ਬੁੱਕ ਵਾਰਮਸ ਬਣ ਰਹੇ ਸਾਰੇ, ਅਸੀਂ ਉਹਨੂੰ ਬੁੱਕ ਵਾਰਮਸ ਬਣਾ ਰਹੇ ਸੀ, ਮਸ਼ੀਨ ਬਣਾ ਰਹੇ ਹਾਂ। ਅੱਛਾ ਕਰ ਲਓ, ਆ ਕਰ ਲਓ, ਆ ਕਰ ਲਓ, ਆ ਕਰ ਲਓ, ਆ ਕਰ ਲਓ। ਤਾਂ ਉਹਦੇ ਕਰਕੇ ਕਸੂਰ ਹੈ, ਉਹਦੇ ਪ੍ਰੈਸ਼ਰ ਦੇ ਵਿੱਚ। ਹੁਣ ਜਿਵੇਂ ਮਾਰਕਿੰਗ ਸਿਸਟਮ ਹੈ, ਤੁਸੀਂ ਇਹ ਸੋਚੋ ਬੱਚਾ ਸਾਰਾ ਸਾਲ ਪੜ੍ਹਦਾ, ਠੀਕ ਹੈ ਨਾ ਜੀ, 365 ਦਿਨ, ਤਕਰੀਬਨ 220 ਦਿਨ ਸਕੂਲ ਲੱਗਦਾ। 220 ਦਿਨ ਦੇ ਘੰਟਿਆਂ ਨੂੰ ਕੈਲਕੂਲੇਟ ਕਰ ਲਓ। ਉਸ ਵਕਤ ਘਰੇ ਪੜ੍ਹਦਾ ਹੋਊਗਾ, ਉਸ ਨੂੰ ਆਮ ਕਿਸੇ ਕੋਈ ਟੀਵੀ ਦੇ ਵਿੱਚ ਕੋਈ ਕੰਮ ਦੀ ਗੱਲ ਸਿੱਖਦਾ ਹੋਊਗਾ ਕਿਤੇ ਹੋਰ। ਉਹਦਾ ਜਿਹੜਾ ਆਪਾਂ ਟੈਸਟ ਲੈਂਦੇ ਹਾਂ ਉਹ 3 ਘੰਟਿਆਂ 'ਚ ਉਹਨੂੰ ਆਪਾਂ ਉਹਦੀ ਜ਼ਿੰਦਗੀ ਦਾ, ਉਹਦੇ ਸਾਲ ਦਾ ਫੈਸਲਾ। ਇਹ ਵੀ ਤਾਂ ਮਾੜੀ ਗੱਲ ਹੈ ਨਾ। ਅਸੀਂ ਇਦੋਂ ਵੀ ਚਾਹੁੰਦੇ ਹਾਂ ਕਿ ਇਨ ਲੌਂਗ ਟਰਮ, ਤੁਸੀਂ ਕਹੋਗੇ ਅਗਲੇ ਸਾਲ ਨਹੀਂ, ਪਰ ਇਨ ਨੈਕਸਟ 2-3 ਈਅਰਸ ਬਾਹਰ ਇੱਦਾਂ ਨਹੀਂ ਹੁੰਦਾ। ਬਾਹਰ ਹਰ 2-4 ਮਹੀਨੇ ਬਾਅਦ ਕੋਈ ਟੈਸਟ ਹੋ ਗਈ ਕਦੇ, ਤਾਂ ਕਿ ਉਹ ਓਵਰਆਲ ਤੁਹਾਡੀ ਜਿਹੜੀ ਪਰਸਨੈਲਿਟੀ ਹੈ। ਹੁਣ ਕੀ ਹੈ ਕਿ ਸਿਰਫ 3 ਘੰਟੇ 'ਚ, ਹੁਣ ਹੋ ਸਕਦਾ ਉਸ 3 ਘੰਟੇ 'ਚ ਬੱਚਾ ਬਿਮਾਰ ਹੋਵੇ। ਵੈਸੇ ਵੀ ਨਿਆਣਿਆਂ ਨੂੰ ਸਕਿੱਲ ਬਹੁਤ ਡਿਵੈਲਪ ਕਰਦੇ ਆ, ਉਹਨੂੰ ਖਾਣਾ ਬਣਾਉਣਾ ਸਿਖਾਤਾ। ਮੈਂ ਖੁਦ ਜਦੋਂ ਦੇਖੋ ਮੇਰੀ ਸੁਪਨਾ ਸੀਗਾ, ਮੈਂ ਲਾਅ ਕੀਤਾ, ਹੁਣ LLM ਵੀ ਹੋ ਗਈ ਹੈ, ਪਰ ਮੈਨੂੰ ਸੀਗਾ ਮੈਂ ਬਾਹਰ ਕਿਸੇ ਯੂਨੀਵਰਸਿਟੀ ਹੋ ਕੇ ਮਾਸਟਰਸ ਵਗੈਰਾ ਕਰਾਂ। ਮੈਂ ਨਹੀਂ ਕਰ ਸਕਿਆ, ਪਰ ਮੈਂ 2017 ਇਲੈਕਸ਼ਨ ਤੋਂ ਬਾਅਦ ਕੁਝ ਸਮਾਂ ਸਮਰ ਸਕੂਲ ਵਗੈਰਾ, LSC, ਆਕਸਫੋਰਡ, ਕੈਂਬਰਿਜ ਲਾ ਕੇ ਆਇਆ। ਲੰਡਨ ਸਕੂਲ ਆਫ ਇਕਨੋਮਿਕਸ ਮੈਂ 3 ਮਹੀਨੇ ਰਿਹਾ। ਤਾਂ ਉੱਥੇ ਜਾ ਕੇ ਮੈਂ ਦੇਖਿਆ, ਜੋ ਖੁਦ ਅਬਜ਼ਰਵ ਕੀਤਾ, ਉਹ ਇਹ ਉੱਥੇ ਕੋਈ ਵੀ ਚੀਜ਼ ਤੁਸੀਂ ਜਵਾਬ ਦਿਓ ਸਹੀ ਜਾਂ ਗਲਤ ਨਹੀਂ ਹੈ। ਇੱਥੇ ਕੀ ਹੈ, ਇੱਥੇ ਹਰ ਸਵਾਲ ਦਾ ਜਵਾਬ ਪਹਿਲਾਂ ਹੀ ਹੈਗਾ। ਉੱਥੇ ਜਵਾਬ ਨਹੀਂ ਹੈਗਾ। ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਉੱਥੇ ਕੀ ਹੈ, ਜੇ ਤੁਹਾਨੂੰ ਸਵਾਲ ਪੁੱਛੋ ਤੁਸੀਂ ਕੁਛ ਮਰਜ਼ੀ ਥਿਊਰੀ ਦੇ ਦਿਓ, ਪਰ ਤੁਹਾਡੇ ਕੋਲ ਲੌਜਿਕ ਹੋਣਾ ਚਾਹੀਦਾ। ਔਰ ਇੱਥੇ ਐਗਜ਼ਾਮੀਨਰ ਵੀ ਮੇਰੇ ਖਿਆਲ ਹੈ ਕਿ ਬੱਚੇ ਦੇ ਆਪਦੇ ਓਪੀਨੀਅਨ ਦੀ ਰਿਸਪੈਕਟ ਨਹੀਂ ਕਰਦਾ ਨਾ। ਉੱਥੇ ਤੁਹਾਡਾ ਜੇ ਓਪੀਨੀਅਨ ਹੈਗਾ, ਜਿਵੇਂ ਅਸੀਂ ਦੇਖਿਆ, ਤੇ ਉਹ ਇੱਕ ਚੀਜ਼ ਤੁਹਾਡੇ ਮਾਈਂਡ ਦੀ ਦੇਖੋ ਕਿੰਨੀ ਡਿਵੈਲਪਮੈਂਟ। ਹੁਣ ਇੱਥੇ ਕੀ, ਮੈਨੂੰ ਖੁਸ਼ੀ ਇਹ ਹੋ ਰਹੀ ਹੈ ਬੈਂਸ ਸਾਹਿਬ ਕਿ ਤੁਸੀਂ ਐਜੂਕੇਸ਼ਨ ਮਿਨਿਸਟਰ ਹੋ ਕੇ ਇਹ ਗੱਲ ਕਰ ਰਹੇ ਹੋ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਨੂੰ ਕਮ ਸੇ ਕਮ ਤੁਸੀਂ ਇਸ ਐਂਗਲ ਤੋਂ ਸੋਚਿਆ ਤਾਂ ਸਹੀ ਨਾ। ਨਹੀਂ, ਮੈਂ ਤਾਂ ਖੁਦ ਦੇਖੋ ਜੀ, ਤਾਂ ਹੀ ਪਤਾ ਨਹੀਂ ਪਰਮਾਤਮਾ ਨੇ ਕਿਵੇਂ ਕੀਤਾ, ਕਿਵੇਂ। ਹੁਣ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਮੇਰੇ ਲਈ ਖੁਸ਼ੀ ਵਾਲੀ ਗੱਲ ਸੀ, ਕਿਉਂਕਿ ਇਹ ਚੀਜ਼ਾਂ ਮੈਂ ਜਾ ਕੇ ਉੱਥੇ ਆਪ ਦੇਖੀਆਂ। ਮੈਂ ਜਦੋਂ ਲਾਅ ਕਰਦਾ ਸੀ ਪੰਜਾਬ ਯੂਨੀਵਰਸਿਟੀ ਤੋਂ, ਤਾਂ ਆਈ ਵਾਜ਼ ਅ ਬ੍ਰਾਈਟ ਸਟੂਡੈਂਟ। ਅਤੇ ਮੈਨੂੰ ਜਦੋਂ ਕੋਈ ਨੈਸ਼ਨਲ ਕੰਪੀਟੀਸ਼ਨਸ ਹੋਣੇ ਤਾਂ ਓਬਵੀਅਸਲੀ ਮੈਂ ਹੀ ਜਾਊਂਗਾ ਉੱਥੇ। ਮੈਂ ਜਦੋਂ ਜਾ ਕੇ ਦੇਖਣਾ, ਜਦੋਂ ਅਸੀਂ ਬੈਂਗਲੌਰ ਅਤੇ ਪੂਨੇ ਵਾਲੇ ਬੱਚਿਆਂ ਨਾਲ ਬੈਠਦੇ ਸੀ, ਮੈਨੂੰ ਲੱਗਦਾ ਯਾਰ ਸਾਡੀ ਤਾਂ ਅੱਖਾਂ ਝੁਕ ਜਾਂਦੀਆਂ ਸੀ ਜੀ, ਬਿਕੋਜ਼ ਦੇ ਵਰ ਵੇ ਮਚ ਐਡਵਾਂਸ ਸਾਡੇ ਨਾਲੋਂ। ਹੁਣ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਸਿਸਟਮ ਹੀ ਵੱਖਰਾ ਯਾਰ। ਅਸੀਂ ਕਿਤੇ ਖੜਦੇ ਹੀ ਨਹੀਂ ਹੈਗੇ ਜੀ। ਸਾਡੇ ਕੋਲ ਤਾਂ ਹਰ ਚੀਜ਼ ਦੀ ਡੈਫੀਨੇਸ਼ਨ ਹੈ, ਤੇ ਉਸ ਡੈਫੀਨੇਸ਼ਨ ਦੇ ਵਿੱਚ ਕੌਮਾ ਵੀ ਤੁਸੀਂ ਗਲਤ ਜਗ੍ਹਾ ਲਾਤਾ ਤਾਂ ਵੀ ਨੰਬਰ, ਬਿਲਕੁਲ ਸਹੀ ਗੱਲ, ਕੱਟੇ ਜਾਣ। ਉੱਥੇ ਤੁਸੀਂ ਨਵੀਂ ਡੈਫੀਨੇਸ਼ਨਾਂ ਬਣਾਉਂਦੇ ਹੋ। ਤਾਂ ਇਹ ਚੀਜ਼ਾਂ ਨੂੰ ਵੀ ਠੀਕ ਕਰਨ ਦੀ ਲੋੜ ਹੈ।
ਇੱਕ ਚੀਜ਼ ਬੜੀ ਪਰਸੈਪਸ਼ਨ ਬਣੀ ਹੋਈ ਹੈ ਮੰਤਰੀ ਸਾਹਿਬ ਕਿ ਐਜੂਕੇਸ਼ਨ ਬਹੁਤ ਮਹਿੰਗੀ ਹੋ ਗਈ ਪੰਜਾਬ ਦੇ ਵਿੱਚ। ਬਹੁਤ ਗਿਣਤੀ ਲੋਕ ਇਹ ਗੱਲ ਕਹਿੰਦੇ ਵੀ ਭਾਈ ਬਹੁਤ ਪੜ੍ਹਾਈ ਮਹਿੰਗੀ ਹੋ ਗਈ ਆ। ਪੜ੍ਹਾਈ ਸਸਤੀ ਕਿਵੇਂ ਹੋਊਗੀ? ਇਹਦੇ ਨਾਲ ਇੱਕ ਸਵਾਲ ਮੇਰਾ ਐਡ ਆਨ ਕਰਦਾ ਕਿ ਐਜੂਕੇਸ਼ਨ ਪਾਲਿਸੀ ਦੇ ਵਿੱਚ ਕੀ ਚੀਜ਼ਾਂ ਸ਼ਾਮਲ ਹੈਗੀਆਂ ਨੇ ਨਵੀਂ ਨੀਤੀ 'ਚ? ਕੀ ਤੁਹਾਡੇ ਵੀ ਧਿਆਨ 'ਚ ਹੈ ਕਿ ਬੰਦਿਆਂ ਦੀ ਅਫੋਰਡੇਬਿਲਟੀ ਹੋ ਜਾਏ? ਦੇਖੋ, ਇਹਦੇ ਵਿੱਚ ਤੁਸੀਂ ਕਹੋਗੇ ਹਰ ਚੀਜ਼ ਪਿਛਲੀ ਸਰਕਾਰਾਂ 'ਤੇ ਸਿੱਟ ਦਿੰਦੇ ਹੋ, ਪਰ ਇੱਕ ਦੇਖੋ ਇਹਨੂੰ ਮੰਨਣਾ ਪੈਣਾ ਤੁਹਾਨੂੰ, ਪਿਛਲੀ ਸਰਕਾਰਾਂ ਨੇ ਨਾਕਾਮਯਾਬੀਆਂ ਨੇ। ਠੀਕ ਹੈ, ਤੁਸੀਂ ਪ੍ਰਾਈਵੇਟ ਸਕੂਲ ਖੁੱਲ੍ਹਦੇ ਰਹੇ ਨੇ, ਖੁੱਲ੍ਹਦੇ ਹੁਣ ਵੀ ਖੁੱਲ੍ਹੀ ਜਾ ਰਹੇ ਨੇ ਬੜੇ ਵੱਡੇ ਲੈਵਲ 'ਤੇ, ਠੀਕ ਹੈ ਨਾ, ਤੇ ਉਹ ਗਲੋਰੀਅਸ ਬਣੀ ਜਾ ਰਹੇ ਨੇ। ਏਸੀ ਕਲਾਸਰੂਮ, ਏਸੀ ਬੱਸਾਂ, ਵੱਡੀਆਂ ਮੌਲਾਂ ਵਰਗੀਆਂ ਬਿਲਡਿੰਗਾਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਮਾਲ ਹੈ ਕਿ ਸਕੂਲ ਹੈ। ਇੰਨੇ ਸ਼ਾਨਦਾਰ ਉਹਦੀ ਇਮਾਰਤਾਂ ਬਣ ਰਹੀਆਂ ਨੇ। ਉਹਦੇ ਨਾਲ ਇੱਕ ਪੈਰਲਲ ਇਨਫਰਾਸਟ੍ਰਕਚਰ ਖੜਾ ਹੋਣਾ ਚਾਹੀਦਾ ਸੀ ਸਰਕਾਰੀ ਸਕੂਲਾਂ ਦਾ, ਉਹ ਖੜਾ ਨਹੀਂ ਹੋਇਆ। ਅੱਜ ਜਿਵੇਂ ਤੁਸੀਂ ਕਿਹਾ, ਤੁਸੀਂ ਨਹੀਂ, ਹਰ ਮਾਂ-ਬਾਪ, ਮੈਂ ਅਕਸਰ ਆਪਣੀ ਸਪੀਚਾਂ 'ਚ ਗੱਲ ਕਰਦਾ, ਚਾਹੇ ਉਹ ਰਿਕਸ਼ੇ ਵਾਲਾ ਹੈ, ਦਿਹਾੜੀਦਾਰ ਹੈ, ਚਾਹੇ ਉਹ ਮੰਤਰੀ ਹੈ, IAS ਅਫਸਰ ਹੈ, ਵੱਡਾ ਜਰਨਲਿਸਟ ਹੈ, ਵੱਡਾ ਵਕੀਲ ਹੈ, ਸਭ ਦਾ ਸੁਪਨਾ ਹੁੰਦਾ ਕਿ ਮੇਰਾ ਬੱਚਾ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ 'ਚ ਪੜ੍ਹੇ। ਇਹ ਉਹਦਾ ਬੱਚੇ ਲਈ ਸੁਪਨਾ ਬਿਲਕੁਲ ਸਹੀ। ਜੋ ਵੀ ਉਹਦੀ ਮਾਂ ਪਿਓ ਸਟਰਗਲ ਹੀ ਤਾਂ ਕਰ ਰਿਹਾ। ਹਾਂ, ਉਹ ਜੋ ਵੀ ਉਹਦੀ ਪ੍ਰੋਫਾਈਲ ਹੈ ਉਹ ਉਸ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ। ਹੁਣ ਹੋਇਆ ਕਿ ਜਿਹੜੇ ਤਾਂ ਅਫੋਰਡ ਕਰ ਸਕਦੇ ਨੇ ਉਹਨਾਂ ਨੂੰ ਤਾਂ ਮਿਲ ਗਿਆ, ਉਹ ਚਲੋ ਜੀ ਸ਼ਹਿਰ ਦਾ ਨੰਬਰ 1 ਸਕੂਲ ਨਹੀਂ ਨੰਬਰ 2 'ਚ ਪੜ੍ਹਾ ਲੈਣਗੇ, ਨੰਬਰ 2 ਨਹੀਂ ਨੰਬਰ, ਉਹਦਾ ਬੱਚਾ ਵਧੀਆ ਜਗ੍ਹਾ ਪੜ੍ਹ ਜਾਊ। ਬਟ ਜਿਹੜਾ ਇੱਕ ਸੈਕਸ਼ਨ ਆਫ ਸੋਸਾਇਟੀ ਹੈ ਉਹਨੂੰ ਆਪਸ਼ਨ ਹੀ ਹੈ ਨਹੀਂ ਕਿ ਉਹ ਜਿਹੜੇ ਨੰਬਰ ਟੌਪ 10 15 20 ਸਕੂਲ ਨੇ ਉਹਨਾਂ ਦੀ ਪੜ੍ਹਾਈ ਨਹੀਂ ਮਹਿੰਗੀ ਹੈ, ਜੇ ਅਗਰ ਉਸ ਚੱਕਰ 'ਚ ਪੈ ਜਾਊਗਾ ਤਾਂ ਉਹਦਾ ਘਰ ਹੀ ਉਹਦੇ ਰੋਟੀ ਪੱਕਣੀ ਨਹੀਂ ਪੱਕਣੀ। ਆਹੀ ਚੀਜ਼ ਨੂੰ ਠੀਕ ਕਰਨਾ ਅਸੀਂ ਚਾਹੁੰਦੇ ਹਾਂ ਕਿ ਦੂਜੀ ਸਾਡੀ ਕੋਈ ਉਹਨਾਂ ਨਾਲ ਮੇਰਾ ਕੰਪੀਟੀਸ਼ਨ ਨਹੀਂ ਜੀ, ਮੇਰਾ ਕੋਈ ਪ੍ਰਾਈਵੇਟ ਸਕੂਲਾਂ ਨਾਲ ਕੋਈ ਕੰਪੀਟੀਸ਼ਨ ਨਹੀਂ। ਸਾਨੂੰ ਕੀ ਹੈ ਕਿ ਇੱਕ ਸੈਕਿੰਡ ਚੀਜ਼ ਖੜੀ ਕਰ ਦਿਓ ਜਿੱਥੇ ਮਾਂ-ਬਾਪ ਨੂੰ ਇਹ ਲੱਗੇ ਆਪਸ਼ਨ ਤਾਂ ਹੋਵੇ ਨਾ, ਆਪਸ਼ਨ ਕ੍ਰੀਏਟ, ਤੇ ਉਹ ਖੁਸ਼ੀ ਨਾਲ ਜਾਵੇ, ਮਾਂ-ਬਾਪ ਵੀ ਖੁਸ਼ੀ ਨਾਲ ਭੇਜੇ। ਉਹਦੇ ਮਨ 'ਚ ਇਹ ਨਾ ਹੋਵੇ ਯਾਰ ਕਿ ਕਾਸ਼ ਮੇਰੇ ਕੋਲ ਜੇ ਮੇਰੀ ਤਨਖਾਹ 30,000 ਹੁੰਦੀ ਮੈਂ ਇਹਨੂੰ ਉਸ ਸਕੂਲ 'ਚ ਪੜ੍ਹਾਉਣਾ, ਨਹੀਂ, ਉਹ ਖੁਸ਼ੀ ਨਾਲ ਭੇਜੇ। ਤੇ ਬੱਚੇ ਦੇ ਮਨ 'ਚ ਵੀ ਅੱਜ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਮਨ ਦੇ ਵਿੱਚ ਹੀਨ ਭਾਵਨਾ ਹੈਗੀ ਹੈ ਜੀ। ਉਹਨਾਂ ਨੂੰ ਇਹ ਲੱਗਦਾ ਯਾਰ ਸੋਸਾਇਟੀ ਵੀ ਨਹੀਂ ਟ੍ਰੀਟ ਕਰਦੀ ਉਸ ਲੈਵਲ ਤੇ। ਇਹਨੂੰ ਬਦਲਣਾ, ਜਿਸ ਦਿਨ ਸਰਕਾਰੀ ਸਕੂਲ, ਮੈਂ ਤਾਂ ਬੜਾ ਪ੍ਰਾਊਡ ਹਾਂ ਜੀ ਕਿ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ, ਮੈਂ ਟਾਟਾ ਵਾਲੇ ਸਕੂਲ 'ਚ ਪੜ੍ਹਿਆ, ਔਰ ਬੈਂਸ ਸਾਹਿਬ ਅੱਜ ਮੇਰੀ ਉਸੇ ਪੜ੍ਹਾਈ ਦੇ ਸਦਕਾ ਮੈਂ ਇੱਕ ਮਿਨਿਸਟਰ ਦਾ ਇੰਟਰਵਿਊ ਕਰ ਰਿਹਾ। ਤੁਸੀਂ ਉਸ ਕਰਕੇ ਕਰ ਰਹੇ ਹੋ ਕਿ ਉਦੋਂ ਉੱਥੇ ਉਦਾਂ ਦੇ ਸਕੂਲ ਨਹੀਂ ਬਣੇ ਸੀ ਜੀ। ਉਦੋਂ ਸਾਰੇ ਪਾਸੇ ਸਿਰਫ ਸਰਕਾਰੀ ਸਕੂਲ ਹੀ ਹੁੰਦੇ ਸੀ। ਅਸੀਂ ਪੁੰਜੇ ਟਾਟ ਤੇ ਬੈਠਦੇ, ਉੱਥੇ ਸਾਰੇ ਉਦੋਂ ਟਾਟ ਤੇ ਬੈਠਦੇ ਸਾਰੇ ਇਦਾਂ ਹੀ ਸੀ। ਹੁਣ ਕੀ ਅੱਜ ਇਹ ਨਵੇਂ ਸਕੂਲ ਬਣ ਚੁੱਕੇ ਨੇ। ਅੱਜ ਜੇ ਤੁਸੀਂ ਆਪਣੇ ਬੱਚਿਆਂ ਨੂੰ ਕਹੋਗੇ ਤਾਂ ਜਿਹੜਾ ਬੱਚਾ ਸ਼ਾਮ ਨੂੰ ਜਿਸ ਪਾਰਕ ਖੇਡ ਰਿਹਾ ਉਹ ਤਾਂ ਕਹਿੰਦਾ ਮੇਰੇ ਸਕੂਲ ਮੇਂ ਤਾਂ ਉਹ ਹੁਆ ਥਾ, ਮੇਰੇ यहाँ ਹੈ। ਤੇ ਇਹ ਫਰਕ ਹੈ ਜਦੋਂ ਤੁਸੀਂ ਬਰਾਬਰ ਦੇਤੇ ਫਿਰ ਸਿਸਟਮ ਦੇਖਿਓ। ਦੂਜੀ ਗੱਲ, ਬਹੁਤ ਸਾਰੇ ਪੇਰੈਂਟਸ ਹੁਣ ਵੀ ਉਹ ਕਹਿੰਦੇ ਨੇ, ਅੱਛਾ ਦੇਖੋ ਜੀ ਇੱਕ ਗੱਲ ਆਪਾਂ ਨੂੰ ਸਮਝਣੀ ਪੈਣੀ ਹੈ ਕਿ ਪ੍ਰਾਈਵੇਟ ਸਕੂਲਸ ਆਰ ਨਾਓ ਬਿਜ਼ਨਸ ਸੈਂਟਰਸ। ਜਦੋਂ ਦੇਸ਼ ਦੇ ਯੂਨੀਅਨ ਜਿਹੜੇ ਐਜੂਕੇਸ਼ਨ ਮਿਨਿਸਟਰ ਹੈ ਧਰਮੇਂਦਰ ਪ੍ਰਧਾਨ, ਉਹਨੇ ਇੱਕ ਟੀਵੀ ਦੇ ਇੰਟਰਵਿਊ 'ਚ ਹੀ ਕਹਿ ਦਿੱਤਾ ਕਿ ਐਜੂਕੇਸ਼ਨ ਇਜ਼ ਐਨ ਇੰਡਸਟਰੀ। ਜਦੋਂ ਤੁਸੀਂ ਐਜੂਕੇਸ਼ਨ ਨੂੰ ਇੰਡਸਟਰੀ ਹੀ ਕਹਿ ਦਿੱਤਾ ਫਿਰ ਤਾਂ ਪ੍ਰੋਫਿਟ ਲਾਸ ਹੈ। ਬਿਲਕੁਲ। ਤਾਂ ਸਾਨੂੰ ਇਹ ਹੈ ਕਿ ਹਾਂ ਜਿੰਨੇ ਕਿ ਵੀ ਲਾਸ ਦੇ ਨਾਲ ਉਹਨਾਂ ਦੇ ਕਰਟੇਲਮੈਂਟ ਕਰ ਸਕਦੇ ਹਾਂ ਅਸੀਂ ਕਰਾਂਗੇ, ਬਟ ਆਫਟਰ ਆਲ ਦੇ ਹੈਵ ਨਾਓ ਬਿਕਮ ਅ ਇੰਡਸਟਰੀ, ਤੇ ਉਹ ਤਾਂ ਹੈ ਹੀ ਹੈ। ਪਰ ਅਸੀਂ ਤੁਹਾਨੂੰ ਇਹ ਮੇਰਾ ਵਾਅਦਾ ਹੈ ਤੁਹਾਨੂੰ ਇੱਦਾਂ ਦੇ ਸਕੂਲ ਅਗਲੇ 1 ਸਾਲ ਦੇ ਵਿੱਚ ਪੱਕਾ ਮਿਲਣਗੇ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਨਿਸ਼ਚਿੰਤ ਹੋ ਕੇ, ਹੁਣ ਵੀ ਮੈਂ 20,000 ਸਕੂਲ ਠੀਕ ਨਹੀਂ ਕਰ ਸਕਦਾ ਪਰ ਮੈਂ ਆਪਣੇ ਮਹਿਕਮੇ 'ਚ ਇੱਕ ਅਸੀਂ ਪਲਾਨ 'ਤੇ ਕੰਮ ਕਰ ਰਹੇ ਹਾਂ ਕਿ 800 ਤੋਂ 1,000 ਸਕੂਲ ਪੰਜਾਬ ਦੇ ਹਰ ਕੋਨੇ ਦੇ ਵਿੱਚ, ਪ੍ਰਾਇਮਰੀ ਵੀ ਸੈਕੰਡਰੀ ਵੀ, ਉਹ ਆਇਡੈਂਟੀਫਾਈ ਕਰ ਲਏ ਜਿਹੜੇ ਇਸ ਵਕਤ ਠੀਕ ਹਾਲਾਤ 'ਚ ਹੈ। ਅੱਛਾ। ਤੇ ਉੱਥੇ ਟੀਚਰ 100% ਦੇ ਰਹੀਏ, ਉੱਥੇ ਇਨਫਰਾਸਟ੍ਰਕਚਰ 100% ਦੇ ਰਹੀ, ਤੇ ਪੰਜਾਬੀਆਂ ਨੂੰ ਕਹਿੰਦੇ ਇਹ 1000 ਸਕੂਲ ਦੀ ਸਾਡੀ ਗਰੰਟੀ ਹੈ। 117 ਤਾਂ ਬਣਾ ਹੀ ਰਹੇ ਹਾਂ ਪਰ ਠੀਕ ਹੈ ਹੋ ਸਕਦਾ ਤੁਹਾਡੇ ਘਰ ਤੋਂ 5-6 ਕਿਲੋਮੀਟਰ ਇਹ ਜਿਹੜੇ 1000 ਸਕੂਲ ਹੈ ਇਹਦੀ ਗਰੰਟੀ ਸਰਦਾਰ ਭਗਵੰਤ ਮਾਨ ਦੀ ਹੈ। ਇੱਥੇ ਤੁਹਾਨੂੰ ਕੋਈ ਕਮੀ ਨਹੀਂ ਮਿਲੂਗੀ। 2-4 ਪੋਲੀਟੀਕਲ ਸਵਾਲ ਮੇਰੇ। ਜਲੰਧਰ ਦੀ ਇਲੈਕਸ਼ਨ ਤੇ ਤੁਸੀਂ ਪ੍ਰਚਾਰ ਕਰ ਰਹੇ ਹੋ, ਤੁਹਾਨੂੰ ਮਾਹੌਲ ਕੀ ਲੱਗਦਾ, ਮੁਕਾਬਲਾ ਕਿਹਦੇ ਨਾਲ ਹੈ? ਮੈਨੂੰ ਮਾਹੌਲ ਲੱਗਦਾ ਕਿ ਇਹ ਜਿਹੜਾ ਹੈ ਇਹ ਇਲੈਕਸ਼ਨ ਆਮ ਆਦਮੀ ਪਾਰਟੀ 100% ਜਿੱਤੂਗੀ ਕਿਉਂਕਿ ਹੁਣ 13 ਮਹੀਨੇ ਹੋ ਚੁੱਕੇ ਨੇ ਤੇ ਲੋਕ ਸਰਦਾਰ ਭਗਵੰਤ ਮਾਨ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ। ਮੁਫਤ ਬਿਜਲੀ ਕਹਿ ਲਓ, ਟੋਲ ਪਲਾਜ਼ਿਆਂ ਦੀ ਲਿਫਟਿੰਗ ਕਹਿ ਲਓ, ਕਿਸਾਨ, ਨੌਜਵਾਨ, ਹਰ ਬੰਦਾ ਵਰਗ ਖੁਸ਼ ਹੈ ਤੇ ਉਹਨੂੰ ਲੱਗਦਾ ਕਿ ਯਾਰ ਇੱਕ ਸੱਚੀ ਸੁੱਚੀ ਸਰਕਾਰ ਹੈ ਤੇ ਇੱਕ ਸੱਚਾ ਸੁੱਚਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਇਹਦਾ ਸਾਥ ਦੇਣਾ। ਪਰ ਆਪੋਜੀਸ਼ਨ ਕਹਿੰਦੀ ਪਹਿਲਾਂ ਸੰਗਰੂਰ ਹਾਰ ਗਏ, ਹੁਣ ਇੱਥੇ ਵੀ ਕਹਿ ਰਹੀ ਹੈ। ਦੇਖੋ ਜੀ ਮੈਂ ਜੋ ਮਰਜ਼ੀ ਕਹੀ ਜਾਣ, ਜਲੰਧਰ 100% ਜਿੱਤਾਂਗੇ। ਤੁਹਾਨੂੰ ਕੈਂਡੀਡੇਟ ਤੇ ਵਿਸ਼ਵਾਸ ਹੈ ਜਾਂ ਪਾਰਟੀ ਤੇ ਵਿਸ਼ਵਾਸ ਹੈ? ਮੈਨੂੰ ਸਰਦਾਰ ਭਗਵੰਤ ਮਾਨ ਜੀ ਤੇ ਵਿਸ਼ਵਾਸ ਹੈ, ਉਹਨਾਂ ਦੀ 13 ਮਹੀਨਿਆਂ ਦੇ ਕੰਮ ਤੇ ਵਿਸ਼ਵਾਸ ਹੈ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਨੀਅਤ ਤੇ ਉਹਨਾਂ ਦੀ ਹਾਰਡ ਵਰਕਿੰਗ ਤੇ ਵਿਸ਼ਵਾਸ ਹੈ। ਇਹ ਗੱਲ ਵੀ ਕਹੀ ਜਾਂਦੀ ਹੈ, ਕਹਿੰਦੇ ਕਿ ਦੂਜੇ ਦਰਜੇ ਦੇ ਲੀਡਰਾਂ ਨੂੰ ਮੌਕਾ ਦੇਣ ਦੀ ਬਜਾਏ ਤੁਸੀਂ ਕਾਂਗਰਸ 'ਚੋਂ ਬੰਦੇ ਲਿਆ ਕੇ ਟਿਕਟ ਦੇ ਰਹੇ ਹੋ। ਦੇਖੋ ਜੀ ਸਿੰਪਲ ਜੀ ਗੱਲ ਹੈ, ਇਹ ਜਦੋਂ ਐਜ਼ ਅ ਪੋਲੀਟੀਕਲ ਪਾਰਟੀ ਚੱਲਦਾ ਰਹੂਗਾ, ਠੀਕ ਹੈ ਨਾ ਜੀ। ਹੁਣ ਵੀ ਸਾਡੇ ਬਹੁਤ ਸਾਰੇ MLA ਦੂਜੀ ਪਾਰਟੀ 'ਚੋਂ ਆਏ ਨੇ ਜੀ, ਠੀਕ ਹੈ ਨਾ। ਰਾਜਨੀਤਿਕ ਪਾਰਟੀ, ਰਾਜਨੀਤੀ 'ਚ ਰਾਜਨੀਤੀ ਹੋਊਗੀ,
ਠੀਕ ਹੈ ਨਾ, ਜਿਹੜੇ ਤੁਹਾਡੇ ਚੰਗੇ ਸੋਚ ਵਾਲੇ ਨੇ ਉਹ ਲੋਕ ਆਉਂਦੇ ਰਹਿਣਗੇ, ਕੋਈ ਛੱਡ ਇਹ ਸਿਸਟਮ ਹੈ ਜੀ। ਆਖਰੀ ਸਵਾਲ ਤੇ ਬੜਾ ਨਿੱਜੀ ਸਵਾਲ ਹੈ ਮੰਤਰੀ ਸਾਹਿਬ, ਪੁਲਿਸ ਦਾ ਤੇ ਪੋਲੀਟੀਸ਼ੀਅਨ ਦਾ 36 ਦਾ ਅੰਕੜਾ ਰਿਹਾ ਤੇ ਪੁਲਿਸ ਤੇ ਪੋਲੀਟੀਸ਼ੀਅਨ ਦੋਵੇਂ ਇਕੱਠੇ ਹੋ ਗਏ ਆ, ਤੇ ਬਣ ਰਹੀ ਹੈ, ਚੱਲ ਕਿਵੇਂ ਰਿਹਾ? ਦੇਖੋ ਜੀ, ਮੇਰੇ ਤਾਂ ਆਪ ਹਮੇਸ਼ਾ ਜਦੋਂ ਮੈਂ ਵਕੀਲ ਹੁੰਦਾ ਸੀ ਮੇਰੀ ਕਦੇ ਵੀ ਪੁਲਿਸ ਮਹਿਕਮੇ ਨਾਲ ਬਣੀ ਨਹੀਂ ਤਾਂ ਮੈਨੂੰ ਇਹ ਵੀ ਪਤਾ ਨਹੀਂ ਜਰਨੀ ਦਿਸ ਕੁਡ ਬੀ ਹੈਵ ਬੀਨ ਦ ਲਾਸਟ ਥਿੰਗ ਜੀ। ਪਰ ਇਹ ਵੀ ਜਿਵੇਂ ਕਹਿੰਦੇ ਆ ਕਿ ਹਰ ਚੀਜ਼ ਧੁਰੋਂ ਲਿਖੀ ਆਉਂਦੀ ਹੈ, ਤੇ ਵੀ ਮੈਂ ਸਮਝਦਾ ਪ੍ਰਮਾਤਮਾ ਦੀ ਮਰਜ਼ੀ ਹੈ। ਪੁਲਿਸ ਤੇ ਵੈਸੇ ਤੁਸੀਂ ਮੰਨੋ ਭਾਵੇਂ ਨਾ ਔਨ ਕੈਮਰਾ ਪੋਲੀਟੀਸ਼ੀਅਨ ਦੀ ਡੋਮੀਨੈਂਸ ਰਹਿੰਦੀ ਆ, ਘਰੇ ਫਿਰ ਪੁਲਿਸ ਦੀ ਡੋਮੀਨੈਂਸ ਹੁੰਦੀ ਹੈ ਕਿ ਪੋਲੀਟੀਸ਼ੀਅਨ ਦੀ? ਨਹੀਂ ਸਾਡਾ ਮੈਂ ਖੁਦ ਦੇਖੋ ਐਜ਼ ਅ ਇਨਸਾਨ, ਮੇਰੇ ਵਾਈਫ ਸ਼ੀ ਇਜ਼ ਅ ਵੈਰੀ ਓਨੈਸਟ ਵੈਰੀ ਕੰਪੀਟੈਂਟ ਆਫਿਸਰ, ਤੇ ਸ਼ਾਇਦ ਇਹੀ ਲੱਗਿਆ ਕਿ ਜਦੋਂ ਤੁਹਾਡੀ ਸੋਚ ਮਿਲਦੀ ਹੈ ਤੇ ਅਗਰ ਮੈਂ ਵੀ ਕਹਿ ਸਕਦਾ ਕਿ ਅਗਰ ਉਹ ਨਾ ਹੁੰਦੇ ਤਾਂ ਮੈਂ ਸ਼ਾਇਦ ਵਿਆਹ ਹੀ ਨਾ ਕਰਾਂਦਾ। ਅੱਛਾ। ਬਿਕੋਜ਼ ਤੁਹਾਨੂੰ ਲੱਗਦਾ ਕਿ ਯਾਰ, ਕਿਉਂਕਿ ਮੈਨੂੰ ਲੱਗਦਾ ਕਿ ਮੇਰੀ ਸੋਚ ਵਾਲਾ ਬੰਦਾ ਜਾਂ ਜੋ ਤੁਹਾਨੂੰ ਸਮਝ ਸਕੇ, ਸੋ ਤੇ ਸਭ ਤੋਂ ਵੱਡੀ ਗੱਲ ਉਸ ਪਰਮਾਤਮਾ। ਮੈਂ ਸਭ ਲਵ ਮੈਰਿਜ ਹੈ ਤੁਹਾਡੀ ਇਹ? ਲਵ ਕਮ ਅਰੇਂਜ? ਜੋ ਵੀ ਸਮਝੋ ਜੀ, ਇਹ ਪਰਮਾਤਮਾ ਵੱਲੋਂ ਹੋਇਆ ਫੈਸਲਾ। ਹੁਣ ਮੈਡਮ ਦੀ ਸਪੋਰਟ ਕਿਵੇਂ ਤੁਹਾਨੂੰ ਪੋਲੀਟੀਕਲ ਖੇਤਰ 'ਚ? ਨਹੀਂ ਦੇਖੋ, ਸ਼ੀ ਕੈਨ ਨਾਟ, ਬਿਕੋਜ਼ ਅਸੀਂ ਆਪਣੇ ਦੇਖੋ ਦੋਨੋਂ ਕੰਮ ਬੜੇ ਡਿਫਰੈਂਟ ਹੈ। ਨਾ ਤਾਂ ਮੈਂ ਉਹਨਾਂ ਦੇ ਕੰਮ ਦੇ ਵਿੱਚ ਕਦੀ ਵੀ ਇੰਟਰਫੇਰੈਂਸ ਨਹੀਂ ਕੀਤਾ, ਕਦੀ ਵੀ ਕਿਸੇ ਵੀ, ਤੇ ਇਹੀ ਉਮੀਦ ਉਹ ਹੈ ਕਿ ਉਹ ਵੀ ਨਹੀਂ ਕਰਦੇ। ਤਾਂ ਇਦਾਂ ਹੀ ਅਸੀਂ ਆਪਣੇ ਪ੍ਰੋਫੈਸ਼ਨਲ, ਬਿਕੋਜ਼ ਇਟਸ ਅ ਟੋਟਲ ਡਿਫਰੈਂਟ ਥਿੰਗ ਜੀ। ਸੋ ਐਂਡ ਸ਼ੀ ਇਜ਼ ਅ ਵੈਰੀ ਜਿਹਨੂੰ ਕਹਿੰਦੇ ਬਿਲਕੁਲ ਲਕੀਰ ਵਾਲੇ ਅਫਸਰ ਨੇ। ਠੀਕ ਹੈ। ਜੇ ਮੈਂ ਕਹੂੰਗਾ ਵੀ ਤਾਂ ਉਹ ਕਦੀ ਵੀ ਲਾਈਨ ਕ੍ਰਾਸ ਨਹੀਂ ਕਰੋਗੇ। ਠੀਕ ਹੈ। ਸੋ ਇਟਸ ਸਮਾਂ ਹੁਣ ਕਿਵੇਂ, ਮੈਂ ਬਹੁਤ ਵੇਖਿਆ ਕਈ ਵਾਰ ਘਰ ਵਾਲਾ ਪੁਲਿਸ ਆਫੀਸਰ ਹੈ, ਵਾਈਫ ਜੱਜ ਹੈ, ਤੁਸੀਂ ਪੋਲੀਟੀਸ਼ੀਅਨ ਹੋ। ਸਮਾਂ ਨਹੀਂ, ਮੈਂ ਤਾਂ ਜੀ ਟਾਈਮ ਕਿਵੇਂ ਮੈਨੇਜ ਕਰਦੇ ਹੋ? ਮੈਨੂੰ ਯਾਦ ਹੈ ਕਿ ਮੇਰੇ ਵਿਆਹ ਤੋਂ ਅਗਲੇ ਦਿਨ ਮੈਂ ਸਵੇਰੇ ਇੱਕ ਫੰਕਸ਼ਨ ਸੀ ਤੇ ਮੈਂ ਉੱਥੇ ਬੈਠਾ ਸੀ ਤੇ ਮਾਨ ਸਾਹਿਬ ਕਹਿੰਦੇ ਰਾਤ ਤੱਕ ਤੇਰੇ ਫੰਕਸ਼ਨ ਤੇ ਸੀ, ਮੈਂ ਇੱਕ ਦਿਨ ਵੀ ਛੁੱਟੀ ਨਹੀਂ ਲਈ। ਅੱਛਾ ਜੀ। ਕਿਉਂਕਿ ਮੈਨੂੰ ਇਹ ਲੱਗਦਾ ਕਿ ਅਗਲੇ ਜਿਵੇਂ ਇਹ ਜਿਹੜਾ ਸਾਲ ਹੈ, ਇਹ ਤੁਹਾਨੂੰ ਸਿੱਖਿਆ ਨੂੰ ਬਦਲ ਕੇ ਬਹੁਤ ਕੁਝ ਕਰਨ ਵਾਲਾ, ਕਿਉਂਕਿ ਲੋਕ ਅਗਲੇ ਸਾਲ ਫਿਰ ਪਰੇਸ਼ਾਨ ਹੋਣਗੇ। ਤਾਂ ਸਾਡੇ ਲਈ ਇਹ ਜਿਹੜਾ ਸਾਲ ਹੈ, ਇਟਸ ਅ ਇਨਫਰਾਸਟ੍ਰਕਚਰ ਈਅਰ। ਸਾਨੂੰ ਉਹ ਸਕੂਲ ਖੜੇ ਕਰਨੇ ਨੇ ਜਿੱਥੇ ਪੰਜਾਬੀ ਆਪਣੇ ਬੱਚਿਆਂ ਨੂੰ ਮਾਣ ਸਨਮਾਨ ਨਾਲ ਭੇਜ ਸਕਣ। ਬਹੁਤ ਮਿਹਰਬਾਨੀ ਬੈਂਸ ਸਾਹਿਬ, ਜਗਬਾਣੀ ਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।